ਸਤਿ ਸ਼੍ਰੀ ਅਕਾਲ ਜੀ। ਹਮਦਰਦ ਟੀਵੀ ਦੇਖਣ ਵਾਲੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਪ੍ਰੋਗਰਾਮ ਇਮੀਗ੍ਰੇਸ਼ਨ ਮੈਟਰਸ ਵਿੱਚ। ਮੈਂ ਹਾਂ ਤਰਨਜੀਤ ਕੌਰ ਘੁੰਮਣ ਹਾਜ਼ਰ ਹਾਂ ਜੀ ਲੈ ਕੇ ਕੈਨੇਡੀਅਨ ਇਮੀਗ੍ਰੇਸ਼ਨ ਸੰਬੰਧੀ ਜੋ ਤਾਜ਼ਾ ਅਪਡੇਟ ਹੈ। ਸੋ ਤੁਹਾਡੇ ਰੂਬਰੂ ਕਰਾਂਗੇ ਕੈਨੇਡਾ ਦੀ ਇਮੀਗ੍ਰੇਸ਼ਨ ਨੂੰ ਲੈ ਕੇ, ਆਪਣੇ ਪ੍ਰੋਸੈਸ ਨੂੰ ਲੈ ਕੇ। ਤੁਹਾਡਾ ਕੋਈ ਸਵਾਲ ਹੈ ਸਾਨੂੰ ਅੱਜ ਦੇ ਲਾਈਵ ਪ੍ਰੋਗਰਾਮ 'ਚ ਕਾਲ ਕਰ ਸਕਦੇ ਹੋ। ਸੋ ਤੁਹਾਡੇ ਸਵਾਲਾਂ ਦੇ ਵੀ ਜਵਾਬ ਦੇਵਾਂਗੇ, ਨਾਲ ਕੈਨੇਡਾ ਦੀ ਇਮੀਗ੍ਰੇਸ਼ਨ ਦੇ ਵਿੱਚ ਕੀ ਨਵੀਂ ਅਪਡੇਟ ਆਈ ਹੈ ਇਹਦੇ ਬਾਰੇ ਵੀ ਅਸੀਂ ਤੁਹਾਨੂੰ ਜਾਣਕਾਰੀ ਦੇਵਾਂਗੇ। ਇਸ ਵਕਤ ਸਾਡਾ ਇਹ ਪ੍ਰੋਗਰਾਮ ਲਾਈਵ ਪ੍ਰੋਗਰਾਮ ਹੈ ਜੋ ਕਿ ਤੁਸੀਂ ਹਮਦਰਦ ਟੀਵੀ ਦੇ ਫੇਸਬੁੱਕ ਤੇ YouTube ਪੇਜ ਦੇ ਉੱਤੇ ਵੀ ਨਾਲ ਦੀ ਨਾਲ ਲਾਈਵ ਦੇਖ ਸਕਦੇ ਹੋ। ਸੋ ਕੋਈ ਵੀ ਸਵਾਲ ਆ ਸਾਨੂੰ ਕਾਲ ਕਰ ਸਕਦੇ ਹੋ ਹੇਠ ਲਿਖੇ ਨੰਬਰ ਦੇ ਉੱਤੇ। ਤੁਹਾਡੇ ਸਵਾਲਾਂ ਦੇ ਜਵਾਬ ਦੇਣ ਲਈ ਤੇ ਕੈਨੇਡੀਅਨ ਇਮੀਗ੍ਰੇਸ਼ਨ ਸੰਬੰਧੀ ਤਾਜ਼ਾ ਅਪਡੇਟ ਦੇਣ ਲਈ ਸਾਡੇ ਨਾਲ ਜੁੜ ਚੁੱਕੇ ਨੇ ਜੀ ਆਈਸੀਸੀ ਇਮੀਗ੍ਰੇਸ਼ਨ ਤੋਂ ਮਿਸਟਰ ਮਨੂ ਦੱਤਾ। ਸਵਾਗਤ ਹੈ ਸਰ। ਥੈਂਕ ਯੂ ਵੈਰੀ ਮਚ ਤਰਨ ਜੀ। ਸਭ ਤੋਂ ਪਹਿਲਾਂ ਤਾਂ ਤੁਹਾਨੂੰ ਤੇ ਸਾਰੇ ਹੀ ਵਿਊਅਰਸ ਨੂੰ ਆਈਸੀਸੀ ਇਮੀਗ੍ਰੇਸ਼ਨ ਦੀ ਸਮੁੱਚੀ ਟੀਮ ਵੱਲੋਂ, ਐਮਡੀ ਯਾਨੀ ਮਨੂ ਦੱਤਾ ਵੱਲੋਂ ਤੇ ਆਰਡੀ ਰਿਪੁਦਮਨ ਸਿੰਘ ਢਿੱਲੋਂ ਵੱਲੋਂ ਸਤਿ ਸ਼੍ਰੀ ਅਕਾਲ, ਨਮਸਕਾਰ ਤੇ ਆਦਾਬ ਐਂਡ ਥੈਂਕ ਯੂ ਵੈਰੀ ਮਚ ਫॉर ਹੈਵਿੰਗ ਅਸ ਔਨ 에ਅਰ। ਕੀ ਹਾਲ ਚਾਲ ਨੇ ਸਰ? ਆਲ ਗੁੱਡ ਤਰਨ ਜੀ, ਫਸਟ ਕਲਾਸ। ਸਰ ਮੈਂ ਹੁਣੀ ਸੀਟੀਵੀ ਦੀ ਰਿਪੋਰਟ ਪੜ੍ਹ ਰਹੀ ਸੀ ਤਾਂ ਉਹਦੇ ਵਿੱਚ ਰਿਪੋਰਟ ਵਿੱਚ ਦੱਸਿਆ ਗਿਆ ਕਿ ਬੀਤੇ ਜੇ ਪਿਛਲੇ 1 ਸਾਲ ਦੀ ਗੱਲ ਕੀਤੀ ਜਾਵੇ ਉਹਦੇ ਵਿੱਚ ਦੇਖਿਆ ਗਿਆ ਕਿ ਕੈਨੇਡਾ ਸਭ ਤੋਂ ਹਾਈਐਸਟ ਜਿਹੜੀ ਆ ਗੂਗਲ ਦੇ ਉੱਤੇ ਸਰਚ ਕੀਤੀ ਗਈ ਕੰਟਰੀ ਆ ਜਿਹੜੀ ਕਿ ਸਟੱਡੀ ਲਈ ਲੋਕੀ ਇਸ ਵਕਤ ਚਾਹੁੰਦੇ ਨੇ ਆਉਣਾ। 36 ਕੰਟਰੀਜ਼ ਦੇ ਵਿੱਚ ਸਟੂਡੈਂਟਸ ਜਿਹੜੇ ਆ ਕੈਨੇਡਾ ਨੂੰ ਡ੍ਰੀਮ ਡੈਸਟੀਨੇਸ਼ਨ ਮੰਨ ਰਹੇ ਨੇ। ਦੇਰ ਇਜ਼ ਨੋ ਸਿੰਗਲ ਡਾਊਟ, ਸਿੰਗਲ ਪਰਸੈਂਟ ਡਾਊਟ ਨਹੀਂ ਹੈਗਾ ਤਰਨ ਜੀ ਇਸ ਗੱਲ ਤੇ। ਉਹਦਾ ਰੀਜ਼ਨ ਹੈਗਾ ਆ not only students ਵਾਸਤੇ but even for immigrants Canada has emerged as a destination of choice। ਬਹੁਤ ਸਾਰੇ ਲੋਕੀ ਪਹਿਲੇ ਇਸ ਮਿਡਲ ਈਸਟ ਨੂੰ ਕੰਸੀਡਰ ਕਰਦੇ ਸੀਗੇ ਬਿਕੋਜ਼ ਟੈਕਸ ਹੈਵਨ ਸੀਗਾ, ਉੱਥੇ ਜੋ ਅਰਨਿੰਗਸ ਕੀਤੀਆਂ ਉਹ ਆਪਣੇ ਕੋਲ ਸੀਗੀਆਂ। ਬਟ ਉੱਥੋਂ ਇੱਕੋ ਹੀ ਸਭ ਤੋਂ ਵੱਡਾ ਡਰਾਬੈਕ ਸੀਗਾ ਕਿ ਉਹ ਕੰਟਰੀ ਤੁਹਾਨੂੰ PR ਨਹੀਂ ਦਿੰਦੀ ਜਾਂ ਸਿਟੀਜ਼ਨਸ਼ਿਪ ਕਦੀ ਵੀ ਨਹੀਂ ਆਫਰ ਕਰਦੀ। ਸੋ ਇਵੈਂਚੁਅਲੀ ਉਹ ਤੁਹਾਡਾ ਜਦੋਂ ਤੱਕ ਤੁਸੀਂ ਕੰਮ ਕਰਦੇ ਹੈਗੇ ਹੋ ਯੂ ਆਰ ਰਿਸੋਰਸਫੁਲ ਫॉर them, ਤਾਂ ਤੱਕ ਯੂ ਆਰ ਰਿਕੁਆਇਰਡ ਦੇਅਰ। ਜਦੋਂ ਤੁਸੀਂ ਬਜ਼ੁਰਗ ਹੋ ਗਏ ਦੇ ਡੋਂਟ ਨੀਡ ਯੋਰ ਸਰਵਿਸਿਜ਼ ਐਂਡ ਐਟ ਦੈਟ ਪੁਆਇੰਟ ਆਫ ਟਾਈਮ ਤੁਸੀਂ ਸਰਵਿਸਿਜ਼ ਪ੍ਰੋਵਾਈਡ ਨਹੀਂ ਕਰ ਸਕਦੇ, ਉਹਨਾਂ ਨੂੰ ਚਾਹੀਦੇ ਨਹੀਂ ਤੁਸੀਂ। ਸੋ ਉਦੋਂ ਉਸ ਮੁਲਕ ਦੇ ਵਿੱਚੋਂ ਛੱਡ ਕੇ ਵਾਪਸ ਆਪਣੇ ਮੁਲਕ ਜਾਣਾ ਇਜ਼ ਨਾਟ ਸਮਥਿੰਗ ਦੈਟ ਵਰਕਸ ਫॉर ਐਵਰੀਬਡੀ ਬਿਕੋਜ਼ ਹਾਲਾਤ ਜਿਹੜੇ ਹੁੰਦੇ ਨੇ ਯੂਰੋਪੀਅਨ ਕਲਚਰ ਦੀਆਂ, ਜਾਂ ਕਿਉਂਕਿ ਉੱਥੇ ਕਲਚਰ ਬਹੁਤ ਵਧੀਆ ਹੈਗਾ ਕੰਮ ਵਰਕ ਕਲਚਰ, ਤੇ ਉੱਥੋਂ ਦੀਆਂ ਆਦਤਾਂ ਪਈਆਂ ਹੁੰਦੀਆਂ। ਬਟ ਜਦੋਂ ਵਾਪਸ ਜਾਣਾ ਪੈਂਦਾ ਤੇ ਤੁਹਾਡੇ ਸਾਰੇ ਸਰਕਮਸਟੈਂਸਸ ਚੇਂਜ ਹੋ ਜਾਂਦੇ ਨੇ। ਸੋ ਲੋਕੀ ਕੀ ਕਰਦੇ ਸੀਗੇ, ਪਹਿਲੇ 15-20 ਸਾਲ ਉੱਥੇ ਕੰਮ ਕੀਤਾ, ਉਸ ਤੋਂ ਬਾਅਦ ਆਪਣੇ ਬੱਚਿਆਂ ਦੀ ਐਜੂਕੇਸ਼ਨ ਐਂਡ ਸੈਟਲਮੈਂਟ ਐਂਡ ਰਿਟਾਇਰਮੈਂਟ ਵਾਸਤੇ ਉਹ ਕੈਨੇਡਾ ਮੂਵ ਹੋ ਜਾਂਦੇ ਸੀਗੇ। ਸੋ ਕੈਨੇਡਾ ਆ ਕੇ ਉਹਨਾਂ ਨੂੰ 10-15-20 ਸਾਲ ਕੰਮ ਕਰਨ ਵਾਸਤੇ ਵੀ ਮਿਲ ਜਾਂਦੇ ਸੀਗੇ, ਬੱਚੇ ਵੀ ਇਸਟੈਬਲਿਸ਼ ਹੋ ਗਏ, ਕੈਨੇਡੀਅਨ ਬੈਸਟ ਯੂਨੀਵਰਸਿਟੀਜ਼ ਤੋਂ ਪੜ੍ਹਾਈ ਵੀ ਕਰ ਲਈਆਂ ਐਂਡ ਆਪਣੇ ਉਹਨਾਂ ਨੇ ਐਸਟੈਬਲਿਸ਼ਮੈਂਟਸ ਵੀ ਕਰ ਲਿਆ, ਆਪਣੇ ਆਪ ਨੂੰ ਸੇਫ ਕਰ ਲਿਆ ਉਹਨਾਂ ਨੇ ਤਾਂ ਕਿ ਕੋਈ ਉਨੀਕੀ ਨਾ ਹੋਵੇ। ਬਾਕੀ ਕੰਟਰੀਜ਼ ਦੀ ਅਸੀਂ ਗੱਲ ਕਰੀਏ, ਜੇ ਆਸਟ੍ਰੇਲੀਆ ਦੀ ਗੱਲ ਕਰੀਏ, ਉੱਥੇ ਪੇਰੈਂਟਸ ਦਾ ਬਹੁਤ ਮੁਸ਼ਕਿਲ ਆ ਕਿ ਉਹ ਤੁਹਾਡੇ ਨਾਲ ਰਹਿ ਸਕਦੇ ਨੇ ਲੰਬੇ ਸਮੇਂ ਲਈ। US ਦੀ ਗੱਲ ਕਰੀਏ ਤਾਂ ਸਟੂਡੈਂਟਸ ਦਾ ਖੁਦ ਹੀ ਉੱਥੇ ਪੱਕੇ ਹੋਣਾ ਬਹੁਤ ਮੁਸ਼ਕਿਲ ਹੈ। ਸੋ ਕੈਨੇਡਾ ਇੱਕ ਅਜਿਹਾ ਕੰਟਰੀ ਹੈ ਜਿਹੜਾ ਕਿ ਨਾ ਸਿਰਫ ਤੁਹਾਨੂੰ ਸਕੋਪ ਦੇ ਰਿਹਾ ਅੱਗੇ ਪੱਕੇ ਤੌਰ ਤੇ ਰਹਿਣ ਦਾ, ਬਲਕਿ ਰੀਯੂਨੀਫਿਕੇਸ਼ਨ ਦੇ ਰਾਹੀਂ ਫੈਮਿਲੀ ਨੂੰ ਵੀ ਨਾਲ ਆਉਣ ਦਾ ਸੱਦਾ ਦਿੰਦਾ ਹੈ। 100% ਤਰਨ ਜੀ। ਉਸ ਤੋਂ ਬਾਅਦ ਸਭ ਤੋਂ ਇੰਪੋਰਟੈਂਟ ਗੱਲ ਹੈਗੀ, ਤੁਸੀਂ ਦੇਖੋ ਜਿਹੜੇ ਇਮੀਗ੍ਰੈਂਟਸ ਇਟਲੀ ਮੂਵ ਹੁੰਦੇ ਆ ਉਹ ਇੰਗਲਿਸ਼ ਤਾਂ ਭੁੱਲ ਹੀ ਜਾਂਦੇ ਹੈਗੇ ਨੇ। ਜਿਹੜੇ ਜਰਮਨ ਜਾਂਦੇ ਨੇ ਉਹ ਇਵੈਂਚੁਅਲੀ ਉਹ ਜਰਮਨ ਹੀ ਉੱਥੇ ਚੱਲਦੀ ਹੈਗੀ ਹੈ, ਰਾਈਟ। ਜਿਹੜੇ ਨਾਰਵੇ, ਸਵੀਡਨ ਗਏ ਉਹ ਡੱਚ ਦੇ ਵਿੱਚ ਚਲੇ ਜਾਂਦੇ ਨੇ। ਸੋ ਉਹ ਇੰਗਲਿਸ਼ ਤੋਂ ਵੀ ਦੂਰ ਹੋ ਜਾਂਦੇ ਨੇ। ਤੁਸੀਂ ਉਹਨਾਂ ਨੂੰ ਦੇਖੋ ਕਿ ਕਦੀ ਆਈਲੈਟਸ ਕਰਨਾ ਪੈ ਜਾਵੇ ਤੇ ਉਹਨਾਂ ਨੂੰ ਬੜਾ ਵੱਡਾ ਪੰਗਾ ਪੈ ਜਾਂਦਾ ਹੈਗਾ ਕਿ ਕਿਉਂ ਸਾਨੂੰ ਆਈਲੈਟਸ ਕਿਉਂ ਕਰਨਾ ਕਹਿ ਦਿੱਤਾ ਤੁਸੀਂ। ਸੋ ਯੈਸ, ਕੈਨੇਡਾ ਇਜ਼ ਵਨ ਕੰਟਰੀ ਜਿੱਥੇ ਬਹੁਤ ਸਾਰੀਆਂ ਓਪਰਚੁਨਿਟੀਜ਼ ਹੈਗੀਆਂ। ਅਸੀਂ ਮਲਟੀਕਲਚਰਲਿਜ਼ਮ ਦੀ ਗੱਲ ਕਰ ਲਈਏ, ਅਸੀਂ ਹਵਾ ਦੀ ਗੱਲ ਕਰ ਲਈਏ, ਅਸੀਂ ਪਾਣੀ ਦੀ ਗੱਲ ਕਰ ਲਈਏ, ਅਸੀਂ ਲੈਂਡ ਦੀ ਗੱਲ ਕਰ ਲਈਏ, ਮੈਕਸਿਮਮ ਰਿਸੋਰਸਿਸ ਆਫ ਫਰੈਸ਼ ਵਾਟਰ ਦੀ ਗੱਲ ਕਰ ਲਈਏ, ਤੇ ਕੈਨੇਡਾ ਤੋਂ ਅੱਛਾ ਕੰਟਰੀ ਕੋਈ ਨਹੀਂ ਹੈਗਾ। ਐਂਡ ਉਸ ਤੋਂ ਬਾਅਦ ਮਲਟੀਕਲਚਰਲ ਹੋਣ ਦੇ ਕਰਕੇ ਅਲੱਗ-ਅਲੱਗ ਦੇਸ਼ਾਂ ਦੇ ਲੋਕ ਇੱਥੇ ਆ ਕੇ ਰਹਿ ਰਹੇ ਨੇ। ਹਰ ਇੱਕ ਨੇ ਆਪਣੇ ਆਪ ਨੂੰ ਇੰਟੀਗ੍ਰੇਟ ਹੋ ਕੇ ਇਸ ਕੰਟਰੀ ਦੇ ਵਿੱਚ ਰਹਿਣਾ ਸ਼ੁਰੂ ਕਰਤਾ। ਐਂਡ ਖਾਸ ਕਰ ਜੇ ਸਾਊਥ ਏਸ਼ੀਅਨਸ ਦੀ ਗੱਲ ਕਰੀਏ ਤੇ ਸਾਨੂੰ ਬੜੇ ਫਕਰ ਨਾਲ ਅਸੀਂ ਕਹਿੰਦੇ ਹਾਂ ਕਿ ਸਾਡੇ ਕਿੰਨੇ MPs ਹੈਗੇ ਨੇ, ਕਿੰਨੇ ਮੈਂਬਰ MPPs ਹੈਗੇ ਨੇ ਹਰ ਪ੍ਰੋਵਿੰਸ਼ੀਅਲ ਪਾਰਲੀਮੈਂਟਸ ਦੇ ਵਿੱਚ। ਸੋ ਆ ਬੜਾ ਫਕਰ ਦੀ ਗੱਲ ਹੈਗੀ ਹੈ। ਸਾਡੇ ਹੁਣ ਸਾਊਥ ਏਸ਼ੀਅਨ ਬੜੀ ਵੱਡੀ ਤਾਦਾਦ ਦੇ ਵਿੱਚ ਈਵਨ ਐਜ਼ ਅ ਬਿਊਰੋਕਰੈਟਸ ਕੰਮ ਕਰ ਰਹੇ ਨੇ। ਸੋ ਸਾਡੀਆਂ ਅਚੀਵਮੈਂਟਸ ਇੰਨੇ ਵੱਡੇ ਬਿਜ਼ਨਸਮੈਨ ਲੋਕਾਂ ਨੇ ਆ ਕੇ ਇੱਥੇ ਸਟੈਬਲਿਸ਼ ਕੀਤੇ ਨੇ ਐਂਡ ਇਟਸ ਅ ਬਿਗ ਅਚੀਵਮੈਂਟ ਜਿਹੜੀ। ਸੋ ਕੈਨੇਡਾ ਇਜ਼ ਅ ਲੈਂਡ ਆਫ ਓਪਰਚੁਨਿਟੀ। ਅਸੀਂ ਬਾਰ-ਬਾਰ ਕਹਿੰਦੇ ਹਾਂ ਕਿ ਕੈਨੇਡਾ ਬਹੁਤ ਕੁਝ ਦਿੰਦਾ ਹੈਗਾ ਪ੍ਰੋਵਾਈਡਡ ਤੁਹਾਨੂੰ ਪਤਾ ਹੋਵੇ ਕਿ ਤੁਸੀਂ ਕਿਸ ਤਰ੍ਹਾਂ ਲੈਣਾ ਹੈ। ਓਨਲੀ ਥਿੰਗ ਇਜ਼ ਯੂ ਹੈਵ ਟੂ ਬੀ ਪੇਸ਼ੈਂਟ। ਸੈਕੰਡ ਆਫ ਆਲ, ਕੋਈ ਵੀ ਗਲਤ ਕੰਮ ਇਹੋ ਜਿਹਾ ਨਾ ਕਰੋ ਜਿਹੜਾ ਕੱਲ੍ਹ ਨੂੰ ਤੁਹਾਨੂੰ ਤੰਗ ਕਰੇ। ਸੋ ਵਰਕ ਇਨ ਅ ਪੋਜ਼ਿਟਿਵ ਵੇ ਐਂਡ ਇਸ ਕੰਟਰੀ ਦੇ ਵਿੱਚ ਦੇਣ ਵਾਸਤੇ ਬਹੁਤ ਕੁਝ ਹੈਗਾ ਤੁਹਾਨੂੰ। ਤੁਸੀਂ ਜਿਵੇਂ ਕੰਟਰੀ ਦੀ ਗੱਲ ਕੀਤੀ ਹੈ ਤਾਂ ਹਰ ਸਾਲ ਪੋਪੂਲੇਸ਼ਨ ਦਾ 1% ਜਿਹੜਾ ਇਹਨਾਂ ਨੂੰ ਇਮੀਗ੍ਰੇਸ਼ਨ ਬਾਹਰੋਂ ਮੰਗਾਉਣੀ ਪੈਂਦੀ ਆ। ਸੋ ਜੇ ਕੱਲ੍ਹ ਸੈਪਟੰਬਰ ਦੀ ਗੱਲ ਕਰੀਏ ਤਾਂ 45,000 ਨਿਊ ਇਮੀਗ੍ਰੈਂਟਸ ਨੂੰ ਵੈਲਕਮ ਕੀਤਾ ਕੈਨੇਡਾ ਨੇ। ਸੋ ਵੈਲਕਮ ਤਾਂ ਕਰ ਰਹੇ ਨੇ, ਪਰ ਇੱਕ ਚੀਜ਼ ਹੈ ਕਿ ਜਿਹੜੀ ਸ਼ਾਰਟੇਜ ਹੈ ਇਸ ਵਕਤ ਇੱਥੇ ਲੇਬਰ ਦੀ, ਉਹ ਇੰਨੇ ਇਮੀਗ੍ਰੈਂਟਸ ਆਉਣ ਦੇ ਬਾਵਜੂਦ ਲਗਾਤਾਰ ਉੱਥੇ ਹੀ ਬਰਕਰਾਰ ਹੈ। ਬਿਲਕੁਲ ਠੀਕ ਕਹਿ ਰਹੇ ਹੋ ਤਰਨ। ਹੁਣ ਇਹਦੇ ਵਿੱਚ ਵੀ ਦੇਰ ਇਜ਼ ਅ ਬੈਕਗਰਾਊਂਡ ਸਟੱਡੀ ਦੈਟ ਹੈਜ਼ ਹੈਪਨਡ ਐਂਡ ਬਹੁਤ ਸਾਰੀਆਂ ਚੀਜ਼ਾਂ ਹੋਈਆਂ। ਹੁਣ ਜੇ ਗੱਲ ਕਰੀਏ ਵਰਕ ਫੋਰਸ ਦੀ, ਕੈਨੇਡਾ ਇਜ਼ ਸ਼ਾਰਟ, ਡਰਾਸਟਿਕਲੀ ਸ਼ਾਰਟ ਆਫ ਵਰਕ ਫੋਰਸ।
ਜੇ ਅਸੀਂ ਇਮੀਗ੍ਰੈਂਟਸ ਦੀ ਗੱਲ ਕਰ ਲਈਏ, ਅਸੀਂ ਅੱਜ ਗੱਲ ਕਰ ਰਹੇ ਹਾਂ ਕਿ 1% ਸਾਨੂੰ ਚਾਹੀਦੇ ਨੇ, ਬਟ ਆਉਣ ਵਾਲੇ ਸਮੇਂ ਦੇ ਵਿੱਚ ਯੂ ਵਿਲ ਸੀ ਅਗਲੇ 4 ਤੋਂ 5 ਸਾਲਾਂ ਦੇ ਵਿੱਚ ਸਾਨੂੰ ਘੱਟੋ ਘੱਟ 2% ਇਮੀਗ੍ਰੈਂਟਸ ਹਰ ਸਾਲ ਚਾਹੀਦੇ ਹੋਣਗੇ। ਅੱਜ ਦੀ ਪੋਪੂਲੇਸ਼ਨ ਦੀ ਗੱਲ ਕਰੀਏ ਤਕਰੀਬਨ 37-38 ਮਿਲੀਅਨ ਦੇ ਆਸ-ਪਾਸ ਹੈਗੀ ਹੈ ਕੈਨੇਡਾ ਦੀ ਪੋਪੂਲੇਸ਼ਨ, ਐਂਡ 37-38 ਮਿਲੀਅਨ ਦੇ ਹਿਸਾਬ ਦੇ ਨਾਲ ਅੱਜ ਦਾ ਟਾਰਗੇਟ ਜਿਹੜਾ 4,01,000 ਦਾ ਉਲੀਕਿਆ ਗਿਆ 2020 ਦਾ, 21 ਦਾ 22 ਦਾ ਜਿਹੜਾ ਹੈਗਾ 4,11,000 ਐਂਡ 23 ਦਾ 4,21,000 ਦਾ ਲਿਖਿਆ ਗਿਆ। ਹੁਣ ਆਹ ਦੇਖੋ ਤਰਨ ਜੀ ਕਿ ਜਿਸ ਤਰ੍ਹਾਂ ਸਾਡੀਆਂ ਰਿਟਾਇਰਮੈਂਟਸ ਐਕਸਪੈਕਟਡ ਹੈਗੀਆਂ ਕੈਨੇਡਾ ਦੀਆਂ, ਜਿਸ ਤਰ੍ਹਾਂ ਬੇਬੀ ਬੂਮਰਸ ਬਜ਼ੁਰਗ ਹੁੰਦੇ ਜਾ ਰਹੇ ਨੇ, ਸੋ ਜਿਸ ਤਰ੍ਹਾਂ ਰਿਟਾਇਰਮੈਂਟਸ ਐਕਸਪੈਕਟਡ ਹੈਗੀਆਂ, ਸਾਡੀ ਘੱਟੋ ਘੱਟ 25 ਤੋਂ 35% ਪੋਪੂਲੇਸ਼ਨ ਅਗਲੇ 10 ਸਾਲਾਂ ਦੇ ਵਿੱਚ ਰਿਟਾਇਰ ਹੋਣ ਜਾ ਰਹੀ ਹੈ। ਸੋ ਉਹਨਾਂ ਨੂੰ ਆਫਸੈਟ ਕਰਨਾ ਕੈਨੇਡੀਅਨ ਸਰਕਾਰ ਵਾਸਤੇ ਬਹੁਤ ਲਾਜ਼ਮੀ ਹੈ, ਭਾਵੇਂ ਲਿਬਰਲ ਦੀ ਗਵਰਨਮੈਂਟ ਹੋਵੇ, ਭਾਵੇਂ ਕੰਜ਼ਰਵੇਟਿਵ, ਭਾਵੇਂ ਕਿਸੇ ਹੋਰ ਪਾਰਟੀ ਦੀ। ਸੋ ਇਟ ਇਜ਼ ਵੈਰੀ ਵੈਰੀ ਇੰਪੋਰਟੈਂਟ ਫॉर them। ਸੋ ਉਹਨੂੰ ਆਫਸੈਟ ਕਰਨ ਵਾਸਤੇ ਕਿੱਥੋਂ ਆਣਗੇ ਜੀ ਰਿਸੋਰਸਿਸ, ਕਿੱਥੋਂ ਆਣਗੇ? Immigrants Express Entry is one program, PNPs is another program, students is another third program, and Canada has emerged as a biggest source destination। ਪਹਿਲੇ ਚਾਈਨਾ ਹੁੰਦਾ ਸੀਗਾ, ਅੱਜ ਦੀ ਤਰੀਕ ਦੇ ਵਿੱਚ ਚਾਈਨਾ is the source destination number 1, number 2 is India, ਉਸ ਤੋਂ ਬਾਅਦ Philippines, even Nigeria has emerged as a very strong source for immigrants for Canada। ਸੋ ਅਲੱਗ-ਅਲੱਗ ਮੁਲਕਾਂ ਤੋਂ ਜਦੋਂ ਇਮੀਗ੍ਰੈਂਟਸ ਆ ਰਹੇ ਨੇ ਤੇ ਇੱਥੇ ਆ ਕੇ ਸੈਟਲ ਹੋ ਰਹੇ ਨੇ ਤੇ ਵਰਕ ਸ਼ਾਰਟੇजेस ਬੜੀਆਂ ਇੰਪੈਕਟ ਕਰਦੇ। ਹੁਣ ਰੀਸੈਂਟਲੀ ਇੱਕ ਸਟੱਡੀ ਆਈ ਹੈ ਤਰਨ ਜੀ, ਤੁਹਾਨੂੰ ਯਾਦ ਹੋਏਗਾ ਪਤਾ, ਕਿ ਕਾਨਫਰੰਸ ਬੋਰਡ ਆਫ ਕੈਨੇਡਾ ਹੈਗਾ, ਉਹਨਾਂ ਨੇ ਇੱਕ ਰੀਸੈਂਟ ਸਟੱਡੀ ਦਿੱਤੀ। ਉਹ ਸਟੱਡੀ ਦਾ ਨਾਮ ਹੈਗਾ ਜੀ ਵੈਲਿਊਡ ਵਰਕਰਸ ਐਂਡ ਵੈਲਿਊਡ ਵਰਕ ਐਂਡ ਦ ਕਰੰਟ ਐਂਡ ਫਿਊਚਰ ਰੋਲ ਆਫ ਇਮੀਗ੍ਰੈਂਟ ਟੈਲੈਂਟ। ਸੋ ਉਹਦੇ ਵਿੱਚ ਉਹਨਾਂ ਨੇ ਉਲੀਕਿਆ ਗਿਆ ਕਿ ਸਾਡੀ ਕੈਨੇਡਾ ਦੇ ਵਿੱਚ ਇਹ ਸ਼ਾਰਟੇजेस ਕਿਉਂ ਹੈਗੀਆਂ, ਵਰਕਫੋਰਸ ਸ਼ਾਰਟੇजेस ਸਾਨੂੰ ਕਿਉਂ ਫੀਲ ਹੋ ਰਹੀਆਂ, ਕਿਉਂਕਿ ਐਸੈਂਸ਼ੀਅਲ ਵਰਕਰ ਜਿਹੜੇ ਹੈਗੇ ਨੇ, ਐਸੈਂਸ਼ੀਅਲ ਖੇਤਰ ਜਿਹੜੇ ਹੈਗੇ ਨੇ, ਅਸੀਂ ਨਰਸਿੰਗ ਦੀ ਗੱਲ ਕਰ ਲਈਏ, ਅਸੀਂ ਟਰਾਂਸਪੋਰਟੇਸ਼ਨ ਦੀ ਗੱਲ ਕਰ ਲਈਏ, ਅਸੀਂ ਫੂਡ ਇੰਡਸਟਰੀ ਦੀ ਗੱਲ ਕਰ ਲਈਏ, ਉਹਦੇ ਵਿੱਚ ਘੱਟੋ ਘੱਟ ਜਿਹੜੇ ਵਰਕਫੋਰਸ ਹੈਗੀ ਹੈ ਉਹ 25 ਤੋਂ 30% ਜਿਹੜੀ ਹੈਗੀ ਉਹ ਇਮੀਗ੍ਰੈਂਟਸ ਦੇ ਉੱਤੇ ਡਿਪੈਂਡੈਂਟ ਹੈਗੀ ਹੈ। ਐਂਡ ਹਲੇ ਆ ਸਾਰੀ ਵਰਕਫੋਰਸ ਹਲੇ ਸ਼ਾਰਟੇजेस ਜਿਹੜੀਆਂ ਹੈਗੀਆਂ 2 ਲੱਖ ਤੋਂ ਉੱਪਰ ਸ਼ਾਰਟੇजेस ਹੈਗੀਆਂ ਇਸ ਟਾਈਮ ਤੇ ਇਸ ਇੰਡਸਟਰੀਜ਼ ਦੇ ਵਿੱਚ। ਸੋ ਜਿਹੜੇ ਕੈਨੇਡੀਅਨ ਬੱਚੇ ਹੈਗੇ ਨੇ, ਕੈਨੇਡੀਅਨ ਬੌਰਨ ਹੈਗੇ ਨੇ, ਉਹ ਵਰਕਫੋਰਸ ਇਹਨਾਂ ਫੀਲਡ ਦੇ ਵਿੱਚ ਜਾ ਕੇ ਰਾਜ਼ੀ ਨਹੀਂ ਹੈਗੀ। ਆਈ ਡੋਂਟ ਨੋ ਕਿ ਕੀ ਰੀਜ਼ਨ ਹੋ ਸਕਦਾ, ਕੁਡ ਬੀ ਕਿ ਉੱਥੇ ਇੰਨੇ ਜ਼ਿਆਦਾ ਪੈਸੇ ਨਹੀਂ ਬਣਦੇ, ਜਾਂ ਸਟੂਡੈਂਟਸ ਕੈਨੇਡੀਅਨ ਬੌਰਨ ਡੋਂਟ ਵਾਂਟ ਟੂ ਵਰਕ ਇਨ ਦੋਜ਼ ਇੰਡਸਟਰੀਜ਼। ਟਰੱਕਿੰਗ ਇਜ਼ ਅ ਹਾਰਡ ਪ੍ਰੋਫੈਸ਼ਨ, ਟਰੱਕਿੰਗ ਇਜ਼ ਨਾਟ ਐਨ ਈਜ਼ੀ ਪ੍ਰੋਫੈਸ਼ਨ। 8-8 ਘੰਟੇ ਡਰਾਈਵ ਕਰਨਾ, 4-4 ਦਿਨ ਬਾਅਦ, 5 ਦਿਨਾਂ ਬਾਅਦ ਤੁਸੀਂ ਵਾਪਸ ਆਪਣੇ ਘਰ ਆਣਾ, it is very difficult and not many people afford that। ਤੇ immigrants ਇਸ ਜੌਬ ਨੂੰ ਬੜੇ ਫਸਟ ਕਲਾਸ ਤਰੀਕੇ ਨਾਲ ਲੈਂਦੇ ਹੈਗੇ ਨੇ, they want to get into such hard working jobs। ਹੁਣ ਇਸੇ ਤਰ੍ਹਾਂ ਤਰਨ ਜੀ ਅਸੀਂ ਗੱਲ ਕਰ ਲਈਏ ਨਰਸਿੰਗ ਜੌਬਸ ਦੀ, ਨਰਸਿਸ ਜਿਹੜੀਆਂ ਹੈਗੀਆਂ ਕੈਨੇਡਾ ਉਨੀਆਂ ਨਰਸਿਸ ਪ੍ਰੋਡਿਊਸ ਨਹੀਂ ਕਰ ਰਿਹਾ ਜਿੰਨੀਆਂ ਸਾਨੂੰ ਆਪਣੇ ਫੋਰਸਿਸ ਦੇ ਵਿੱਚ, ਆਪਣੇ ਵਰਕ ਪਲੇਸਿਸ ਦੇ ਵਿੱਚ ਚਾਹੀਦੀਆਂ ਹੈਗੀਆਂ। ਤੇ ਉਹਨਾਂ ਨੂੰ ਆਫਸੈਟ ਕਿਸ ਤਰ੍ਹਾਂ ਹੋ ਸਕਦਾ ਜੀ? ਸਾਨੂੰ ਬਾਹਰੋਂ ਨਰਸਿਸ ਲਿਆਉਣੀਆਂ ਪੈਣਗੀਆਂ। ਇਸੇ ਤਰ੍ਹਾਂ ਫੂਡ ਇੰਡਸਟਰੀ ਦੇ ਵਿੱਚ ਕੰਮ ਕਰਨ ਵਾਸਤੇ, ਖੇਤਾਂ ਦੇ ਵਿੱਚ ਕੰਮ ਕਰਨ ਵਾਸਤੇ, ਸਾਡੇ ਫਾਰਮਸ ਦੇ ਵਿੱਚ ਕੰਮ ਕਰਨ ਵਾਸਤੇ ਵੀ ਡੋਂਟ ਹੈਵ ਦ ਲੇਬਰ। ਸੋ ਸੀਜ਼ਨਲ ਲੇਬਰ ਵੀ ਬਾਹਰੋਂ ਆਉਂਦੀ ਹੈ। ਸੋ ਜੇ ਅਰਾਊਂਡ ਦਾ ਈਅਰ ਜਿਹੜੇ ਕੰਮ ਹੋ ਰਹੀ ਹੈ ਉਹ ਲੇਬਰ 2-2 ਸਾਲ ਵਾਸਤੇ ਇੱਥੇ ਕੈਨੇਡਾ ਵਰਕ ਪਰਮਿਟ ਤੇ ਕੰਮ ਕਰਨ ਵਾਸਤੇ ਆਉਂਦੀ ਹੈਗੀ ਹੈ। ਹੁਣ ਤਰਨ ਜੀ ਜਿਹੜਾ ਸਭ ਤੋਂ ਵੱਡਾ ਗੈਪ ਨਜ਼ਰ ਆ ਰਿਹਾ ਐਸ ਪਰ ਦਿਸ ਸਟੱਡੀ, ਉਹ ਕਹਿ ਰਹੇ ਨੇ ਕਿ ਜਿਹੜੇ ਬਾਹਰੋਂ ਪੋਪੂਲੇਸ਼ਨ ਆਉਂਦੀ ਹੈ ਇਹਨਾਂ ਫੀਲਡ ਦੇ ਵਿੱਚ ਕੰਮ ਕਰਨ ਵਾਸਤੇ, they are over qualified। ਕੋਈ ਬੈਚਲਰਸ ਹੈਗਾ, ਕੋਈ ਮਾਸਟਰਸ ਹੈਗਾ, ਕੋਈ PhD ਹੈਗਾ, ਕਿਸੇ ਨੇ ਡਾਕਟਰੇਟ ਕੀਤੀ ਹੋਈ ਹੈ, ਕਿਸੇ ਨੇ ਇੰਜੀਨੀਅਰਿੰਗ ਕੀਤੀ ਹੋਈ ਹੈ। ਸੋ ਸਾਰੇ ਆਪਣੇ ਆਪਣੇ ਫੀਲਡ ਦੇ ਵਿੱਚ ਹੈਗੇ ਨੇ। ਸੋ ਥੋੜੀ ਅਰਸਾ ਤੇ ਉਹ ਕੰਮ ਕਰ ਲੈਂਦੇ ਨੇ ਬਿਕੋਜ਼ ਜਦੋਂ ਵੀ ਇਮੀਗ੍ਰੈਂਟ ਆਏਗਾ ਨਾ ਇਹੋ ਜਿਹੀ ਜੌਬ ਦੇ ਉੱਤੇ, ਉਹਨਾਂ ਦਾ ਸਭ ਤੋਂ ਪਹਿਲਾ ਚੀਜ਼ ਹੋਏਗੀ ਕਿ ਆਈ ਵਾਂਟ ਟੂ ਸੈਟਲ ਇਨ ਕੈਨੇਡਾ। ਸੋ ਜਿਸ ਤਰ੍ਹਾਂ ਤੁਸੀਂ ਕਹਿ ਰਹੇ ਹੋ ਕਿ ਗੂਗਲ ਨੇ ਦਿੱਤਾ ਹੈਗਾ, ਸਟੱਡੀਜ਼ ਸਟੈਟਸ ਦਿੱਤੇ ਨੇ ਕਿ ਕੈਨੇਡਾ ਇਜ਼ ਨੰਬਰ 1 ਸਰਚਡ। ਸੋ ਕੈਨੇਡਾ ਜਦੋਂ ਨੰਬਰ 1 ਸਰਚਡ ਹੋਏਗਾ ਤੇ ਇਮੀਗ੍ਰੈਂਟ ਦਾ ਆਉਣ ਦਾ ਤਰੀਕਾ ਕੀ ਹੈਗਾ? ਹੁਣ ਇੰਡੀਆ ਦੀ ਗੱਲ ਕਰੀਏ, ਹਰ ਬੱਚਾ ਹੀ ਬੈਚਲਰਸ ਹੈਗਾ ਐਂਡ ਬੜੀ ਵੱਡੀ ਤਾਦਾਦ ਸਾਡੀ ਪੋਪੂਲੇਸ਼ਨ ਹੈਗੀ ਜਿਹੜੀ ਮਾਸਟਰਸ ਕਰਕੇ ਬੈਠੀ ਹੋਈ ਹੈ। MBA ਹੁਣ ਤਾਂ ਤੁਸੀਂ ਹਰ ਇੱਕ ਨੂੰ ਪੁੱਛੋ ਬੱਚਾ ਕੀ ਕੀਤਾ, ਆਈਵ ਡਨ ਮਾਸਟਰਸ ਇਨ ਬਿਜ਼ਨਸ ਐਡਮਿਨਿਸਟ੍ਰੇਸ਼ਨ। ਸੋ ਇੰਨੀ ਵੱਡੀ ਤਾਦਾਦ ਦੇ ਵਿੱਚ ਅਸੀਂ ਇੰਨਾ ਵੱਡਾ ਰਿਸੋਰਸ ਲੈ ਕੇ ਬੈਠੇ ਇੰਡੀਆ ਦੀ ਜਿਹੜੀ ਪੋਪੂਲੇਸ਼ਨ ਹੈਗੀ ਨਾ ਤਰਨ ਜੀ 1,130 ਮਿਲੀਅਨ ਦੀ, ਉਹ ਸਭ ਤੋਂ ਵੱਡਾ ਰਿਸੋਰਸ ਹੈਗਾ ਕੈਨੇਡਾ ਦਾ ਇੰਡੀਆ ਵਾਸਤੇ। ਐਂਡ ਉਹੀ ਰਿਸੋਰਸ ਨੂੰ ਕੈਨੇਡਾ ਯੂਜ਼ ਕਰਦਾ ਬਿਕੋਜ਼ ਦੈਟ ਇਜ਼ ਦ ਰੀਜ਼ਨ ਵੀ ਵਾਂਟ ਸਟੂਡੈਂਟਸ ਟੂ ਕਮ ਇਨ। ਸੋ ਜਦੋਂ ਉਹ ਆ ਕੇ ਇੱਥੇ ਆਪਣੇ ਸੈਟਲਮੈਂਟ ਵਾਸਤੇ ਜਦੋਂ ਸੋਚਦੇ ਨੇ ਤੇ ਉਹ ਕਹਿੰਦੇ ਨੇ ਕੋਈ ਵੀ ਜੌਬ ਕਰ ਲਵਾਂਗੇ ਜੀ, ਆਹ ਜੌਬ ਮਿਲੇਗੀ ABC, ਵੀ ਵਿਲ ਡੂ ਦੈਟ। ਬਟ ਇਵੈਂਚੁਅਲੀ ਜਦੋਂ ਤੁਹਾਡੇ ਪੈਰ ਲੱਗਣੇ ਸ਼ੁਰੂ ਹੋ ਜਾਂਦੇ ਨੇ ਤਾਂ ਯੂ ਰਿਅਲਾਈਜ਼ ਕਿ ਮੇਰੀ ਜੌਬ ਸੈਟਿਸਫੈਕਸ਼ਨ ਮੈਨੂੰ ਨਹੀਂ ਮਿਲ ਰਹੀ, ਦਿਸ ਇਜ਼ ਨਾਟ ਸਮਥਿੰਗ ਆਈ ਵਾਜ਼ ਹੇਅਰ ਫॉर।
ਸੋ ਉਦੋਂ ਉਹ ਤੁਸੀਂ ਛੱਡ ਕੇ ਅਗਲੀ ਫੀਲਡ ਅਗਲਾ ਜੌਬ ਦੇਖਣਾ ਸ਼ੁਰੂ ਕਰ ਦਿੰਦੇ ਹੋ, ਹੋਰ ਚੀਜ਼ਾਂ। ਹੁਣ ਉਹਦਾ ਇੰਪੈਕਟ ਜਿਹੜਾ ਹੈਗਾ EMPLOYER ਨੂੰ ਵੀ ਹੁੰਦਾ ਆ, ਬਿਕੋਜ਼ EMPLOYER ਨੇ ਤੁਹਾਨੂੰ ਟ੍ਰੇਨ ਕੀਤਾ ਇੱਥੇ ਜਿਹੜੀ ਜੌਬ ਤੇ ਤੁਸੀਂ ਆ ਰਹੇ ਹੋ। ਉਸ ਤੋਂ ਬਾਅਦ ਟ੍ਰੇਨ ਹੋਣ ਤੋਂ ਬਾਅਦ ਤੁਹਾਨੂੰ ਉੱਥੇ ਕੰਮ ਕਰਨ ਦੀ ਤਿਆਰੀ ਕੀਤੀ, ਤੁਹਾਡੇ ਐਗਜ਼ਾਮਸ ਤੁਸੀਂ ਪਾਸ ਕੀਤੇ, ਐਂਡ ਇਵੈਂਚੁਅਲੀ ਤੁਸੀਂ 2 ਸਾਲ ਬਾਅਦ ਸੋਚ ਰਹੇ ਹੋ ਕਿ ਮੈਂ ਇਸ ਫੀਲਡ ਦੇ ਵਿੱਚ ਕੰਮ ਹੀ ਨਹੀਂ ਕਰਨਾ। ਸੋ EMPLOYER ਵਾਸਤੇ ਵੀ ਉਹ ਨੁਕਸਾਨ ਹੈਗਾ, ਤੁਹਾਡੇ ਵਾਸਤੇ ਵੀ ਨੁਕਸਾਨ ਹੈਗਾ। ਬਟ ਆਈ ਥਿੰਕ ਦੈਟ ਇਜ਼ ਹਾਊ ਦਾ ਸਿਸਟਮ ਇਜ਼। ਸੋ ਕੈਨੇਡੀਅਨ ਗਵਰਨਮੈਂਟ ਨੂੰ ਬਹੁਤ ਸਾਰੀਆਂ ਤਬਦੀਲੀਆਂ ਆਉਣ ਵਾਲੇ ਸਮੇਂ ਦੇ ਵਿੱਚ, ਆਉਣ ਵਾਲੇ ਟਾਈਮ ਦੇ ਵਿੱਚ ਲਿਆਉਣੀਆਂ ਪੈਣਗੀਆਂ ਤਰਨ ਜੀ, ਤਾਂ ਕਿ ਅਸੀਂ ਜਿਹੜੀਆਂ ਇਹੋ ਜਿਹੀਆਂ ਜੌਬਸ ਹੈਗੀਆਂ ਉਹਨਾਂ ਨੂੰ ਅਸੀਂ ਉਸੇ ਟੈਲੈਂਟ ਐਂਡ ਉਸੇ ਐਜੂਕੇਸ਼ਨ ਦੇ ਨਾਲ ਫਿਲ ਕਰੀਏ ਤਾਂ ਕਿ ਉਹ ਕੱਲ ਨੂੰ ਉਹ ਉੱਥੇ ਰਿਟੈਂਸ਼ਨ ਹੋਵੇ EMPLOYEES ਦੀ। ਸਰ ਜਿਹੜੇ ਅਲੱਗ-ਅਲੱਗ ਆਪਾਂ ਹੁਣੀ ਗੱਲ ਕੀਤੀ ਹੈ, ਚਾਹੇ ਉਹ ਸਟੂਡੈਂਟ ਸਟਰੀਮ ਲਈ ਹੋਵੇ, ਆਪਾਂ ਐਕਸਪ੍ਰੈਸ ਐਂਟਰੀ ਦੀ ਗੱਲ ਕੀਤੀ, PNP ਦੀ ਆਪਾਂ ਗੱਲ ਕੀਤੀ ਹੈ, ਕਾਫੀ ਲੰਮੇ ਸਮੇਂ ਤੋਂ ਇਹ ਸਟਰੀਮਸ ਜਿਹੜੀਆਂ ਨੇ ਇੱਦਾਂ ਹੀ ਚੱਲਦੀਆਂ ਆ ਰਹੀਆਂ ਨੇ। ਸੋ ਇਹਦੇ ਵਿੱਚ ਵੀ ਤੁਹਾਨੂੰ ਲੱਗਦਾ ਕੁਝ ਚੇਂਜਸ ਦੀ ਸੰਭਾਵਨਾ ਹੋ ਸਕਦੀ ਹੈ ਜਾਂ ਹੋਣੀ ਚਾਹੀਦੀ ਹੈ, ਕਿਉਂਕਿ ਇਸ ਵਕਤ ਸਕੋਪ ਵੀ ਬਹੁਤ ਜ਼ਿਆਦਾ ਚੇਂਜ ਹੋ ਚੁੱਕਿਆ ਕੈਨੇਡਾ ਦੇ ਵਿੱਚ, ਹਰ ਚੀਜ਼ ਦੇ ਵਿੱਚ ਕੰਪੀਟੀਸ਼ਨ ਹੋ ਚੁੱਕਿਆ। ਸੋ ਟੈਲੈਂਟ ਨੂੰ ਆਪਣੇ ਵੱਲ ਲੈ ਕੇ ਆਉਣ ਲਈ ਜਾਂ ਇੱਕ ਸਹੀ ਕੈਂਡੀਡੇਟ ਨੂੰ ਇੱਥੇ ਤੱਕ ਲੈ ਕੇ ਆਉਣ ਲਈ ਇਹਨਾਂ ਚੀਜ਼ਾਂ ਵਿੱਚ ਵੀ ਥੋੜੇ ਚੇਂਜਸ ਦੀ ਜ਼ਰੂਰਤ ਹੈਗੀ ਹੈ। 100% ਤਰਨ ਜੀ। ਕੈਨੇਡੀਅਨ ਇਮੀਗ੍ਰੇਸ਼ਨ ਨੂੰ ਵੀ ਆਪਣੇ ਕਈ ਪ੍ਰੋਗਰਾਮਸ ਰੀਵਿਜ਼ਿਟ ਕਰਨੇ ਪੈਣਗੇ, ਰੀਵੈਂਪ ਕਰਨੇ ਪੈਣਗੇ, ਐਂਡ ਕਰੰਟ ਸਿਚੁਏਸ਼ਨਸ ਦੇ ਨਾਲ ਉਹਨਾਂ ਨੂੰ ਅਮੈਂਡਮੈਂਟਸ ਕਰਨੀਆਂ ਪੈਣਗੀਆਂ। ਹੁਣ ਦੇਖੋ ਤੁਸੀਂ, ਅਸੀਂ ਸਕਿਲਡ ਵਰਕਰ ਪ੍ਰੋਗਰਾਮ ਹੈਗਾ ਜਿਹੜਾ, ਸਕਿਲ ਟ੍ਰੇਡਸ ਦਾ ਪ੍ਰੋਗਰਾਮ ਹੈਗਾ ਜਿਹੜਾ, ਸਕਿਲ ਟ੍ਰੇਡ ਦੇ ਵਿੱਚ ਕੌਣ ਆਉਂਦੇ ਨੇ ਜੀ? ਜਿਹੜੇ ਹੱਥੀਂ ਕੰਮ ਜਾਣਦੇ ਨੇ। ਹੱਥੀਂ ਕੰਮ ਕੌਣ ਜਾਣਦੇ ਨੇ ਜੀ? ਜਿਸ ਤਰ੍ਹਾਂ ਕੁਕਸ ਹੋ ਗਏ, ਸ਼ੈਫਸ ਹੋ ਗਏ, ਬੇਕਰਸ ਹੋ ਗਏ, ਇਲੈਕਟ੍ਰੀਸ਼ੀਅਨਸ ਹੋ ਗਏ, ਪਲੰਬਰਸ ਹੋ ਗਏ, ਮਸ਼ੀਨ ਆਪਰੇਟਰਸ ਹੋ ਗਏ, CNC ਪ੍ਰੋਗਰਾਮਰਸ ਹੋ ਗਏ, ਉਸ ਤੋਂ ਬਾਅਦ ਮਕੈਨਿਕਸ ਹੋ ਗਏ, ਆਟੋ ਮਕੈਨਿਕਸ, ਕਾਰ ਮਕੈਨਿਕ, ਡੀਜ਼ਲ ਮਕੈਨਿਕਸ, ਉਹ ਸਾਰੇ ਇਹਦੇ ਵਿੱਚ ਫਾਲ ਕਰਦੇ ਨੇ। ਉਸ ਤੋਂ ਬਾਅਦ ਕੰਸਟਰਕਸ਼ਨ ਦੇ ਸਾਰੇ ਕਾਰਪੈਂਟਰਸ, ਪਲੰਬਰ, ਸਾਰੇ ਇਸ ਟ੍ਰੇਡ ਦੇ ਵਿੱਚ ਫਾਲ ਕਰਦੇ ਨੇ। ਸੋ ਜਿਹੜੀ ਇਹ ਜਿਹੜਾ ਸ਼ੁਰੂ ਹੋਇਆ ਸੀਗਾ, ਤੁਹਾਨੂੰ ਯਾਦ ਹੋਏਗਾ ਸਕਿਲ ਟ੍ਰੇਡ ਦਾ ਜਿਹੜਾ ਪਹਿਲਾ ਡਰਾ ਆਊਟ ਹੋਇਆ ਸੀ ਤਰਨ ਜੀ, 199 ਪੁਆਇੰਟਸ ਦੇ ਕੱਟ ਆਫ ਤੇ ਗਿਆ। ਹੁਣ ਲਾਸਟ ਡਰਾ ਤੁਹਾਨੂੰ ਯਾਦ ਵੀ ਨਹੀਂ ਹੋਏਗਾ, ਅਸੀਂ ਕਦੀ ਗੱਲ ਵੀ ਨਹੀਂ ਕੀਤੀ ਸਕਿਲ ਟ੍ਰੇਡ ਦਾ ਲਾਸਟ ਡਰਾ ਕਦੋਂ ਹੋਇਆ। ਮੇਰੇ ਖਿਆਲ 1.5 ਸਾਲ ਤੋਂ ਹੋ ਗਿਆ ਸਾਨੂੰ ਲਾਸਟ ਡਰਾ ਹੋਇਆ, ਐਂਡ ਲਾਸਟ ਡਰਾ ਜਿਹੜਾ ਗਿਆ ਸੀਗਾ 437 ਤੇ ਮੇਰੇ ਖਿਆਲ ਕੱਟ ਆਫ ਤੇ ਗਿਆ ਸੀਗਾ। ਸੋ ਹੁਣ 437 ਇੱਕ ਕੁੱਕ ਜਾਂ ਇੱਕ ਮਕੈਨਿਕ ਜਿਹੜਾ ਉਸ ਤਰ੍ਹਾਂ ਦੀ ITI ਐਜੂਕੇਸ਼ਨ ਲੈ ਕੇ ਬੈਠਾ ਹੈਗਾ ਜਾਂ ITI ਕਰਕੇ ਬੈਠਾ, ਤੇ ਉਹ ਇੰਨੇ ਬੈਂਡਸ ਕਿਸ ਤਰ੍ਹਾਂ ਲੈ ਸਕੇਗਾ ਕਿ 435 ਸਕੋਰ ਤੱਕ ਜਾਂ 437 ਤੱਕ ਪਹੁੰਚ ਜਾਏਗਾ। ਸੋ ਉਹ ਸਾਨੂੰ ਕੈਨੇਡੀਅਨ ਗਵਰਨਮੈਂਟ ਨੂੰ ਦੇ ਵਿਲ ਹੈਵ ਟੂ ਰੀਵਿਜ਼ਿਟ ਸੱਚ ਪ੍ਰੋਗਰਾਮਸ ਐਂਡ ਦੇ ਵਿਲ ਹੈਵ ਟੂ ਸੀ ਕਿ ਕਿਹੜਾ ਅਮੈਂਡਮੈਂਟ ਅਸੀਂ ਕਿਸ ਤਰ੍ਹਾਂ ਕਰ ਸਕਦੇ ਹਾਂ ਤਾਂ ਕਿ ਇਹ ਵਾਲੀਆਂ ਲੇਬਰ ਸ਼ਾਰਟੇਜਸ ਹੈਗੀਆਂ ਇਹ ਉਹੋ ਜਿਹੇ ਹੀ ਲੋਕੀ ਆ ਕੇ ਫੁੱਲਫਿਲ ਕਰਨ ਤਰਨ ਜੀ। ਸਰ ਤੁਸੀਂ ਫੁੱਲਫਿਲ ਦੀ ਗੱਲ ਕੀਤੀ ਹੈ, ਕੁਝ ਇਹ ਵੀ ਹੈ ਕਿ ਕੁਝ ਸ਼ਹਿਰ ਜਾਂ ਕੁਝ ਪ੍ਰੋਵਿੰਸਸ ਹੈਗੀਆਂ ਨੇ ਜਿਹੜੀਆਂ ਕਿ ਹੌਟ ਸਪੌਟ ਬਣੀਆਂ ਹੋਈਆਂ ਨੇ, ਮੋਸਟਲੀ ਇਮੀਗ੍ਰੈਂਟਸ ਇੱਥੇ ਹੀ ਆਉਣਾ ਚਾਹੁੰਦੇ ਨੇ। ਸਰਕਾਰ ਨੂੰ ਥੋੜ੍ਹਾ ਜਿਹਾ ਇਹ ਵੀ ਕਰਨਾ ਚਾਹੀਦਾ, ਕੁਝ ਹੋਰ ਪ੍ਰੋਵਿੰਸਸ ਜਿਵੇਂ ਕਿ ਐਟਲਾਂਟਿਕ ਪ੍ਰੋਵਿੰਸਸ ਹੋ ਗਈਆਂ, ਉੱਧਰ ਵੀ ਥੋੜ੍ਹਾ ਜਿਹਾ ਧਿਆਨ ਦੇਣਾ ਚਾਹੀਦਾ ਕਿ ਉੱਧਰ ਦੀ ਡਿਵੈਲਪਮੈਂਟ ਲਈ ਇਮੀਗ੍ਰੇਸ਼ਨ ਨੂੰ ਉੱਧਰ ਵੀ ਅਟਰੈਕਟ ਕੀਤਾ ਜਾ ਸਕੇ। ਸਿਰਫ ਪਾਇਲਟ ਪ੍ਰੋਜੈਕਟ ਕਰਨ ਨਾਲ 2 ਸਾਲ 'ਚ ਬੰਦਾ PR ਲੈ ਕੇ ਵਾਪਸ ਇਹਨਾਂ ਸ਼ਹਿਰਾਂ ਵਿੱਚ ਹੀ ਮੂਵ ਹੁੰਦਾ, ਕੁਝ ਇੱਧਰ ਵੀ ਸੋਚਣਾ ਚਾਹੀਦਾ ਆ। ਤਰਨ ਤੁਸੀਂ ਐਬਸੋਲੂਟਲੀ ਰਾਈਟ ਕਹਿ ਰਹੇ ਹੋ, ਬਿਕੋਜ਼ ਜਿਹੜੀ ਡੈਸਟੀਨੇਸ਼ਨ ਆਫ ਚੋਇਸ ਹੈਗੀ ਨਾ ਇਮੀਗ੍ਰੈਂਟਸ ਦੀ, ਉਹ ਮੁੜ ਖਿੜ ਕੇ ਗ੍ਰੇਟਰ ਟੋਰਾਂਟੋ ਏਰੀਆ, ਗ੍ਰੇਟਰ ਵੈਂਕੂਵਰ ਏਰੀਆ, ਐਡਮਿੰਟਨ ਐਂਡ ਉਸ ਤੋਂ ਬਾਅਦ ਇੱਕ ਮੌਂਟਰੀਅਲ, ਇਹ 4-5 ਸ਼ਹਿਰ ਇੰਡੀਆ ਦੇ ਵਿੱਚ ਬੈਠੇ। ਤੁਹਾਨੂੰ ਯਾਦ ਹੋਏਗਾ ਲੋਕਾਂ ਨੂੰ ਇਹੀ 4-5 ਸ਼ਹਿਰ ਪਤਾ ਹੈਗੇ ਨੇ। ਬਾਕੀਆਂ ਦੇ ਵਿੱਚ ਤੁਹਾਨੂੰ ਇੰਡੀਆ ਦੇ ਵਿੱਚ ਇੱਕ ਹੋਰ ਨੋਸ਼ਨ ਪਤਾ ਨਹੀਂ ਕਿਹਨਾਂ ਨੇ ਪਾਇਆ ਹੋਇਆ ਕਿ ਉੱਥੇ ਤਾਂ ਠੰਡ ਹੀ ਬਹੁਤ ਪੈਂਦੀ ਹੈ ਜੀ। ਸੋ ਠੰਡ ਕੀ ਪੈਂਦੀ, ਉੱਥੇ ਲੋਕੀ ਨਹੀਂ ਰਹਿੰਦੇ। ਉੱਥੇ ਸਾਰਾ ਨੋਵਾ ਸਕੋਸ਼ੀਆ ਦੀ ਪੋਪੂਲੇਸ਼ਨ ਦੀ ਗੱਲ ਕਰੀਏ, ਮਿਲੀਅਨ ਤੋਂ ਉੱਪਰ ਪੋਪੂਲੇਸ਼ਨ ਹੈਗੀ ਹੈ। ਅਸੀਂ ਯੈਸ, ਜੇ ਅਸੀਂ GTA ਨਾਲ ਕੰਪੇਅਰ ਕਰਦੇ ਹਾਂ, ਅਸੀਂ ਬਰੈਂਪਟਨ ਨਾਲ ਕੰਪੇਅਰ ਕਰਦੇ ਹਾਂ, ਯੈਸ ਉਹ ਕੰਪੈਰੀਜ਼ਨ ਪੋਸੀਬਲ ਨਹੀਂ ਹੈਗਾ ਬਿਕੋਜ਼ ਆ ਗ੍ਰੇਟਰ ਟੋਰਾਂਟੋ ਦੇ ਵਿੱਚ ਫਾਲ ਕਰ ਜਾਂਦੇ ਨੇ। ਇਹ ਚੀਜ਼ਾਂ ਹੁਣ ਸਿਟੀਜ਼ ਡਿਵੈਲਪਡ ਹੋ ਚੁੱਕੀਆਂ ਨੇ, ਓਵਰ ਕਰਾਊਡਡ ਹੋ ਚੁੱਕੀਆਂ ਨੇ, ਸ਼ਾਇਦ ਵੈਦਰ ਕੰਡੀਸ਼ਨਸ ਤਾਂ ਕਰਕੇ ਕੁਝ ਚੇਂਜ ਵੀ ਹੋਈਆਂ ਨੇ। ਮੈਨੂੰ ਯਾਦ ਆ ਕਿ ਕੁਝ ਸਮਾਂ ਪਹਿਲਾਂ ਆਸਟ੍ਰੇਲੀਆ ਨੇ ਇੱਦਾਂ ਕੀਤਾ ਸੀ ਕਿ ਸਿਡਨੀ ਐਂਡ ਮੈਲਬਰਨ ਨੂੰ ਛੱਡ ਕੇ ਐਡੀਲੇਡ ਵੱਲ ਜ਼ਿਆਦਾ ਸੌਖਾ ਕਰ ਦਿੱਤਾ ਗਿਆ ਸੀ ਕਿ ਜੇ ਤੁਸੀਂ PR ਲੈਣਾ ਚਾਹੁੰਦੇ ਹੋ ਤੇ 5 ਸਾਲ ਤੁਹਾਨੂੰ ਘੱਟੋ ਘੱਟ ਉੱਥੇ ਰਹਿਣਾ ਪੈਣਾ। ਹੁਣ ਜਿਹੜਾ ਇਨਸਾਨ 5 ਸਾਲ ਇੱਕ ਜਗ੍ਹਾ ਤੇ ਰਹਿ ਗਿਆ, ਉਹ ਵਾਪਸ ਮੂਵ ਹੋਣ ਬਾਰੇ ਦੁਬਾਰਾ ਨਹੀਂ ਸੋਚੂਗਾ। ਸੋ ਕੈਨੇਡਾ ਨੂੰ ਵੀ ਇਸ ਤਰ੍ਹਾਂ ਦੇ ਉੱਤੇ ਕੁਝ ਕਰਨਾ ਚਾਹੀਦਾ ਤਾਂ ਕਿ ਬਾਕੀ ਸਿਟੀਜ਼ ਦੇ ਵਿੱਚ ਜੋ ਲੇਬਰ ਸ਼ਾਰਟੇਜ ਹੈਗੀ ਆ ਜਾਂ ਉਹਨਾਂ ਦੀ ਡਿਵੈਲਪਮੈਂਟ ਦੇ ਵੱਲ ਧਿਆਨ ਦਿੱਤਾ ਜਾਵੇ ਤੇ ਇਮੀਗ੍ਰੈਂਟਸ ਜਿਹੜੇ ਨੇ ਉੱਥੇ ਪ੍ਰੋਪਰ ਆਪਣਾ ਦੇਖ ਸਕਣ। ਯੂ ਆਰ ਐਬਸੋਲੂਟਲੀ ਰਾਈਟ ਤਰਨ ਜੀ। ਆਉਣ ਵਾਲੇ ਸਮੇਂ ਦੇ ਵਿੱਚ ਬਹੁਤ ਸਾਰੀਆਂ ਤਬਦੀਲੀਆਂ ਆਉਣੀਆਂ ਚਾਹੀਦੀਆਂ ਹੈਗੀਆਂ ਜੇ ਅਸੀਂ ਲੇਬਰ ਸ਼ਾਰਟੇਜਸ ਖਤਮ ਕਰਨੀਆਂ ਹੈ। ਹੁਣ GTA ਦੀ ਅਸੀਂ ਹਾਊਸ ਪ੍ਰਾਈਸਿਸ ਦੀ ਗੱਲ ਕਰੀਏ ਤੇ ਕਿਸ ਤਰ੍ਹਾਂ ਇਨਫਲੇਟਡ ਹੈਗੀਆਂ, ਰਾਈਟ, ਐਂਡ ਹਰ ਘਰ ਜਿਹੜਾ ਵਿਕਦਾ ਪਿਆ ਉਹ ਮਲਟੀਪਲ ਆਫਰਸ ਦੇ ਵਿੱਚ ਜਾ ਰਿਹਾ। ਸੋ ਇੱਕ ਘਰ ਪ੍ਰਾਪਰਟੀ ਨੂੰ ਲੈਣ ਵਾਸਤੇ 5 ਬਾਇਰਸ, 10 ਬਾਇਰਸ ਐਂਡ ਕੁਛ ਇੱਕ ਪ੍ਰਾਪਰਟੀਜ਼ ਨੂੰ ਤੇ ਮਲਟੀਪਲ ਐਨ ਨੰਬਰ ਆਫ ਬਾਇਰਸ ਬੈਠੇ ਨੇ ਲੈਣ ਵਾਸਤੇ। ਸੋ ਇਹੀ ਗੱਲਾਂ, ਹੁਣ ਦੇਖੋ ਜਿਹੜੀ ਪ੍ਰਾਪਰਟੀ ਅਸੀਂ ਅੱਜ ਗੱਲ ਕਰੀਏ ਕਿ GTA ਦੇ ਵਿੱਚ 2500 ਸਕੁਅਰ ਫੀਟ ਦਾ ਘਰ 1.5 ਮਿਲੀਅਨ ਦਾ ਹੋ ਗਿਆ,
ਇਹੀ ਘਰ 2500 ਸਕੁਅਰ ਫੀਟ ਦਾ ਜੇ ਨੋਵਾ ਸਕੋਸ਼ੀਆ ਗੱਲ ਕਰੀਏ ਤੇ 7 ਲੱਖ ਦਾ ਮਿਲ ਸਕਦਾ ਅੱਜ ਵੀ। ਜੇ ਅਸੀਂ ਨਿਊ ਬ੍ਰਾਂਜ਼ ਜੇ ਅਸੀਂ ਈਵਨ ਵਿੰਜ਼ਰ ਗ੍ਰੇਟਰ ਟੋਰਾਂਟੋ ਏਰੀਆ ਨੂੰ ਛੱਡ ਕੇ ਵਿੰਜ਼ਰ ਵੱਲ ਚਲੇ ਜਾਈਏ ਤੇ ਵਿੰਜ਼ਰ ਵੀ ਅੱਜ ਦੀ ਤਰੀਕ ਦੇ ਵਿੱਚ $1 ਮਿਲੀਅਨ ਦੇ ਆਸ-ਪਾਸ 2500 ਸਕੁਅਰ ਫੀਟ ਦਾ ਘਰ ਮਿਲਦਾ। ਸੋ ਯੈਸ ਇਮੀਗ੍ਰੈਂਟਸ ਆ ਕੇ ਇੱਥੇ ਰਹਿ ਜਾਂਦੇ ਨੇ ਤੇ ਇੱਥੇ ਹੀ ਫਿਰ ਉਹ ਆਪਣੇ ਆਪ ਨੂੰ ਘਰ ਬਣਾਉਣਾ ਚਾਹੁੰਦੇ ਨੇ, ਜਦ ਕਿ ਇੱਥੇ ਕਾਸਟ ਆਫ ਲਿਵਿੰਗ ਬਹੁਤ ਜ਼ਿਆਦਾ ਹਾਈ ਹੈਗੀ ਹੈ। ਘਰ ਦੀ ਗੱਲ ਕਰ ਲਈਏ, ਇੰਸ਼ੋਰੈਂਸਿਸ ਦੀ ਗੱਲ ਕਰ ਲਈਏ, ਅਸੀਂ ਹਰ ਚੀਜ਼ ਦੀ ਗੱਲ ਕਰ ਲਈਏ, ਉਹ ਦਿਸ ਇਜ਼ ਔਨ ਅ ਵੈਰੀ ਹਾਇਰ ਸਾਈਡ। ਅਸੀਂ ਵੇਸਟੇਜ ਆਫ ਟਾਈਮ ਦੀ ਗੱਲ ਕਰ ਲਈਏ, ਹਾਈਵੇਜ਼ ਦੇ ਵਿੱਚ ਤੁਸੀਂ ਡੇਢ ਘੰਟਾ ਤੁਸੀਂ ਨਾਰਥ ਐਂਡ ਈਸਟ ਐਂਡ 'ਤੇ ਜਾਣਾ ਹੋਵੇ ਤੇ 5 ਵਜੇ ਦੇ ਆਸ-ਪਾਸ ਕਿਤੇ ਜਾ ਕੇ ਦੇਖੋ ਤੇ ਡੇਢ ਘੰਟਾ ਤੁਸੀਂ ਘੱਟੋ ਘੱਟ ਟ੍ਰੈਫਿਕ ਦੇ ਵਿੱਚ ਫਸੇ ਰਹਿੰਦੇ ਹੈਗੇ ਹੋ। ਇਹੀ ਜੇ ਛੋਟੇ ਟਾਊਨਸ ਦੇ ਵਿੱਚ ਰਹੋਗੇ, ਨੋਵਾ ਸਕੋਸ਼ੀਆ ਦੇ ਕਿਸੇ ਟਾਊਨ ਦੇ ਵਿੱਚ ਰਹੋਗੇ ਤੇ ਤੁਹਾਨੂੰ 15 ਮਿੰਟ ਦੇ ਵਿੱਚ ਤੁਸੀਂ ਸਾਰਾ ਸ਼ਹਿਰ ਘੁੰਮ ਲਓਗੇ। ਸੋ ਯੈਸ ਯੂ ਹੈਵ ਟੂ ਥਿੰਕ ਕਿ ਮੈਂ ਕੁਆਲਿਟੀ ਆਫ ਲਾਈਫ ਦੇ ਵਿੱਚ ਆਪਣਾ ਆਪ ਨੂੰ ਕਿੱਥੇ ਕੰਪਰੋਮਾਈਜ਼, ਬਟ ਅਗੇਨ ਹਰ ਇੱਕ ਆਦਮੀ ਦੀ ਪਰਸਨਲ ਚੋਇਸਿਸ ਹੈਗੀਆਂ, ਦੇ ਹੈਵ ਟੂ ਮੇਕ। ਬਟ ਐਜ਼ ਅ ਇਮੀਗ੍ਰੈਂਟ ਜੇ ਅੱਜ ਮੈਂ ਇਮੀਗ੍ਰੇਸ਼ਨ ਲੈ ਕੇ ਆਊਂਗਾ ਤੇ ਆਈ ਵੁੱਡ ਪ੍ਰੈਫਰ ਸੈਟਲਿੰਗ ਡਾਊਨ ਇਨ ਅਟਲਾਂਟਿਕ ਪ੍ਰੋਵਿੰਸਿਸ। ਉਹਦਾ ਰੀਜ਼ਨ ਹੈਗਾ ਹੈ ਕਿ ਉੱਥੇ ਜੌਬ ਓਪਰਚੁਨਿਟੀਜ਼ ਜ਼ਿਆਦਾ ਹੈਗੀਆਂ, ਉੱਥੇ ਬਿਜ਼ਨਸ ਓਪਰਚੁਨਿਟੀਜ਼ ਜ਼ਿਆਦਾ ਹੈਗੀਆਂ, ਕਾਸਟ ਆਫ ਲਿਵਿੰਗ ਘੱਟ ਹੈਗੀ ਹੈ ਤੇ ਵਾਈ ਨਾਟ ਸੈਟਲ ਇਨ ਸੱਚ ਪਲੇਸ ਜਿੱਥੇ ਮੈਂ ਆਰਾਮ ਨਾਲ ਆਪਣੀ ਫੈਮਿਲੀ ਦੇ ਨਾਲ ਟਾਈਮ ਜ਼ਿਆਦਾ ਸਪੈਂਡ ਕਰ ਸਕਾਂਗਾ। ਹੁਣੀ ਮੈਂ ਦੇਖ ਰਹੀ ਸੀ ਕਿ IRCC ਨੂੰ ਲੈ ਕੇ ਕੁਝ ਚੇਂਜਸ ਨੂੰ ਲੈ ਕੇ ਕੁਝ ਮਿਨਿਸਟਰਸ ਦੇ ਵੱਲੋਂ, MPs ਦੇ ਵੱਲੋਂ ਆਨਲਾਈਨ ਇਹ ਗੱਲਾਂ ਜਿਹੜੀਆਂ ਨੇ ਸਿੱਧੀਆਂ ਕੀਤੀਆਂ ਗਈਆਂ ਨੇ ਐਜ਼ ਕੰਪੇਅਰ ਟੂ ਪਾਰਲੀਮੈਂਟ ਜਾ ਕੇ ਮੁੱਦਾ ਚੁੱਕਿਆ ਜਾਵੇ। ਸੋ ਜੇਕਰ ਹੁਣ ਇਮੀਗ੍ਰੇਸ਼ਨ ਦੀ ਗੱਲ ਕੀਤੀ ਜਾਵੇ, ਕਿਹੜੀ ਫੀਲਡਸ ਦੇ ਵਿੱਚ ਤੁਹਾਨੂੰ ਲੱਗਦਾ ਕਿ ਚੇਂਜਸ ਕਰਨ ਦੀ ਜ਼ਰੂਰਤ ਹੈਗੀ ਹੈ, ਕਿਉਂਕਿ ਤੁਹਾਨੂੰ ਲੱਗ ਰਿਹਾ ਜਿਹੜੇ ਇਸ ਵਕਤ ਚੱਲ ਰਹੇ ਨੇ, ਪਾਥਵੇਜ਼ ਚੱਲ ਰਹੇ ਨੇ, ਇਨਫ ਨਹੀਂ ਜਾਂ ਇਸ ਤੋਂ ਇਲਾਵਾ ਹੋਰ ਕਿਸੇ ਫੀਲਡ ਦੇ ਵਿੱਚ ਤੁਹਾਨੂੰ ਧਿਆਨ ਦੇਣ ਦੀ ਲੋੜ ਹੈ ਕਿ ਇਸ ਪਾਸੇ ਵੱਲ ਟੈਲੈਂਟ ਖਿੱਚਿਆ ਜਾ ਸਕੇ? ਕਰਨ ਜੀ, ਜੋ ਤਾਂ ਚੱਲ ਰਿਹਾ ਉਹ ਤਾਂ ਚੱਲਦਾ ਹੀ ਰਹਿਣਾ ਚਾਹੀਦਾ, ਬਟ ਉਹਦੇ ਵਿੱਚ ਰਿਵੈਂਪਿੰਗ ਕਾਫੀ ਜ਼ਿਆਦਾ ਜ਼ਰੂਰੀ ਹੈਗੀ ਹੈ। ਸਕਿੱਲ ਟ੍ਰੇਡਸ ਦੇ ਵਿੱਚ ਯੈਸ ਸਾਨੂੰ ਬਹੁਤ ਸਾਰੀ ਵਰਕਫੋਰਸ ਚਾਹੀਦੀ ਹੈਗੀ ਹੈ। ਉਸ ਤੋਂ ਬਾਅਦ ਟੈਂਪਰੇਰੀ ਵਰਕਫੋਰਸ ਹੈਗੀ ਉਹ ਵੀ ਸਾਨੂੰ ਕਾਫੀ ਜ਼ਿਆਦਾ ਚਾਹੀਦੀ ਹੈ। ਪਿੱਛੇ ਇੱਕ ਪ੍ਰੋਗਰਾਮ ਤਾਂ ਨਵੇਂ ਗਵਰਨਮੈਂਟ ਲੈ ਕੇ ਆਈ ਹੈ, ਬਟ ਉਹ IT ਰਿਲੇਟਡ ਪ੍ਰੋਗਰਾਮਸ ਹੈਗੇ ਨੇ ਕਿ ਜਿਹਦੇ ਵਿੱਚ 3 ਹਫ਼ਤਿਆਂ ਦੇ ਵਿੱਚ ਤੁਹਾਨੂੰ ਪਰਮਿਸ਼ਨ ਮਿਲ ਜਾਂਦੀ ਹੈ ਫੋਰਨ ਵਰਕਰ ਨੂੰ ਲੈ ਕੇ ਕੈਨੇਡਾ। ਬਟ ਜੇ ਅਸੀਂ ਬਾਕੀ ਫੇਸਿਸ ਦੀ ਗੱਲ ਕਰੀਏ, ਜਿਹਦੇ ਟਿਮ ਹਾਰਟਨਸ ਹੈਗੇ ਨੇ, ਜਿਹਦੇ ਮੈਕਡੋਨਲਡਸ ਹੈਗੇ ਨੇ, ਫੂਡ ਪਲੇਸਿਸ ਹੈਗੇ ਨੇ, ਫੂਡ ਫੈਕਟਰੀਜ਼ ਹੈਗੀਆਂ, ਪੈਕਿੰਗ ਕਰਦੇ ਹੈਗੇ ਹੋ, ਉੱਥੇ ਜੇ LMIA ਚਾਹੀਦਾ ਤਾਂ ਤੁਹਾਡਾ ਪ੍ਰੋਸੈਸਿੰਗ ਟਾਈਮ ਰਿਮੇਨਸ ਦਾ ਸੇਮ। ਤੁਹਾਨੂੰ ਓਨੀ ਦੇਰ ਹੀ ਐਡਵਰਟਾਈਜ਼ਮੈਂਟ ਚੱਲਣੀ ਹੈ, 3 ਮਹੀਨੇ ਤੋਂ ਬਾਅਦ ਤੁਹਾਨੂੰ LMIA ਮਿਲਦਾ ਹੈਗਾ। 3 ਮਹੀਨੇ ਤੋਂ ਬਾਅਦ ਉਸ ਤੋਂ ਬਾਅਦ ਵਰਕ ਪਰਮਿਟ ਦੀ ਜਦੋਂ ਐਪਲੀਕੇਸ਼ਨ ਲੱਗਦੀ ਹੈ ਤੇ ਉਹ ਵੀ ਬੈਕਲੌਗ ਬਹੁਤ ਜ਼ਿਆਦਾ ਹੈਗਾ। ਨਾਰਮਲ ਜੇ ਅਸੀਂ ਗੱਲ ਕਰੀਏ ਤਾਂ 4 ਮਹੀਨਿਆਂ ਦਾ ਤਕਰੀਬਨ ਨਾਰਮਲ ਪ੍ਰੋਸੈਸਿੰਗ ਟਾਈਮ ਹੁੰਦਾ ਸੀਗਾ ਵਰਕ ਪਰਮਿਟ ਦੀ ਐਪਲੀਕੇਸ਼ਨ ਨੂੰ ਪ੍ਰੋਸੈਸ ਹੋਣ ਦਾ। ਇਟ ਸ਼ੁੱਡ ਬੀ ਕੱਟ ਡਾਊਨ ਡਰਾਸਟਿਕਲੀ, ਬਿਕੋਜ਼ ਜੇ ਮੈਨੂੰ ਐਜ਼ ਐਨ EMPLOYER ਅੱਜ ਮੈਂ ਹੋਟਲ ਰਨ ਕਰ ਰਿਹਾ, I need employees to work for me, I need a manager, ਤੇ ਮੈਂ ਇੱਕ 8 ਮਹੀਨੇ ਬਾਅਦ EMPLOYE ਕੀ ਕਰਨਾ ਹੈਗਾ, I need that person right away। ਸੋ ਕੈਨੇਡਾ ਦੇ ਵਿੱਚ ਉਹ ਅਵੇਲੇਬਲ ਨਹੀਂ ਹੈਗਾ। ਹੁਣ ਜੇ ਅਸੀਂ ਗੱਲ ਕਰੀਏ, ਅਸੀਂ ਨੋਵਾ ਸਕੋਸ਼ੀਆ ਦੀ ਵੀ ਛੱਡ ਦਈਏ ਗੱਲ, ਅਲਬਰਟਾ ਦੀ ਵੀ ਛੱਡ ਦਈਏ, BC ਦੀ ਵੀ ਛੱਡ ਦਈਏ, ਅਸੀਂ GTA ਦੇ ਵਿੱਚ ਬੈਠੇ ਹਾਂ, ਅਸੀਂ ਓਵਨ ਸਾਊਂਡ ਜਾ ਕੇ ਜੇ ਸਾਨੂੰ ਪਿਜ਼ਾ ਸਟੋਰ ਚਲਾ ਰਹੇ ਹਾਂ ਤੇ ਮੈਨੂੰ ਵਰਕਫੋਰਸ ਚਾਹੀਦੀ ਹੈ ਤੇ ਉਹ ਵਰਕਫੋਰਸ ਨਹੀਂ ਮਿਲਦੀ ਪਈ ਮੈਨੂੰ, ਤੇ ਉਹਦੇ ਵਾਸਤੇ ਵੀ ਮੈਨੂੰ 8 ਮਹੀਨੇ ਵੇਟ ਕਰਨਾ ਹੈਗਾ। ਐਂਡ ਬੱਚੇ ਜਿਹੜੇ ਸਟੂਡੈਂਟਸ, ਇੰਟਰਨੈਸ਼ਨਲ ਸਟੂਡੈਂਟਸ ਹੈਗੇ ਨੇ, ਦੇ ਆਰ ਨਾਟ ਰੈਡੀ ਟੂ ਗੋ ਐਂਡ ਵਰਕ ਇਨ ਓਵਨ ਸਾਊਂਡ ਬਿਕੋਜ਼ ਉਹ 1.5 ਘੰਟੇ ਦੀ ਡਰਾਈਵ ਹੈ। ਸੇਮ ਇਜ਼ ਦਾ ਕੇਸ ਵਿਦ ਸਡਬਰੀ, ਸੇਮ ਇਜ਼ ਵਿਦ ਟੀਬੇ। ਆਈ ਰੀਅਲੀ ਥੈਂਕ ਇੰਟਰਨੈਸ਼ਨਲ ਸਟੂਡੈਂਟ ਇਸ ਟਾਈਮ ਜਿਹੜਾ ਕੈਨੇਡਾ ਦੇ ਵਿੱਚ ਪ੍ਰੈਜ਼ੈਂਟ ਹੈਗਾ, ਬਹੁਤ ਸਾਰੀਆਂ ਵਰਕ ਸ਼ਾਰਟੇजेस ਜਿਹੜੀਆਂ ਹੈਗੀਆਂ ਉਹ ਇੰਟਰਨੈਸ਼ਨਲ ਸਟੂਡੈਂਟਸ ਪੂਰੀਆਂ ਕਰ ਰਹੇ ਨੇ। ਐਂਡ ਯੈਸ ਦੇयर ਹੈਜ਼ ਟੂ ਬੀ ਅ ਪ੍ਰੋਗਰਾਮ ਵਿਚ ਹੈਜ਼ ਟੂ ਬੀ ਮੋਰ ਕੰਡਿਊਸਿਵ ਟੂ ਦਾ EMPLOYERS, ਐਂਡ ਇੰਨਾ ਪ੍ਰੋਸੈਸਿੰਗ ਟਾਈਮ ਲੈਂਥੀ ਨਹੀਂ ਹੋਣਾ ਚਾਹੀਦਾ। ਇਟ ਸ਼ੁੱਡ ਬੀ 8 to 10 ਵੀਕਸ ਮੈਕਸਿਮਮ, ਤਾਂ ਕਿ ਸਾਰਾ ਈਵਨ LMIA ਤੋਂ ਬਾਅਦ ਈਵਨ ਵਰਕ ਪਰਮਿਟ ਇੰਨੀ ਦੇਰ ਦੇ ਵਿੱਚ ਹੋ ਜਾਣਾ ਚਾਹੀਦਾ। ਬਿਕੋਜ਼ 8 ਤੋਂ 10 ਹਫ਼ਤੇ ਤਾਂ ਮੈਂ ਮੈਨੇਜ ਕਰ ਸਕਦਾ, ਬਟ ਜੇ ਮੈਂ 24 ਹਫ਼ਤੇ ਮੈਨੂੰ ਮੈਨੇਜ ਕਰਨੇ ਪੈ ਗਏ ਐਜ਼ ਐਨ EMPLOYER ਤੇ ਆਈ ਐਮ ਗੋਨਾ ਬੀ ਸਟ੍ਰੈਸਡ। ਬਿਲਕੁਲ ਸਰ, ਜਿਹੜੇ ਖਾਸ ਤੌਰ ਤੇ +2 ਕਰਕੇ ਸਟੂਡੈਂਟਸ ਆਉਂਦੇ ਆ, ਸਕੋਰਸ ਹੁਣ ਇਸ ਵਕਤ ਦੇਖ ਰਹੇ ਹਾਂ ਅਸੀਂ ਦੁਬਾਰਾ ਉੱਪਰ ਜਾ ਰਹੇ ਨੇ, ਉਹਨਾਂ ਲਈ ਫਿਰ ਕੀ ਸਕੋਪ ਬਚਦਾ? ਕਿਉਂਕਿ GTA ਵਰਗੇ ਏਰੀਆਜ਼ ਦੇ ਵਿੱਚ ਦੇਖੀਏ ਤਾਂ ਜੇਕਰ ਇੱਥੇ ਓਨਟਾਰੀਓ ਵਿੱਚ ਲਗਾਉਣ ਦੀ ਕੋਸ਼ਿਸ਼ ਕਰਦੇ, ਐਕਸਪ੍ਰੈਸ ਐਂਟਰੀ ਤਾਂ ਉਹ ਭੁੱਲ ਹੀ ਜਾਣ, ਕਿਉਂਕਿ ਵਿਦਆਊਟ ਐਕਸਪੀਰੀਅੰਸ, ਵਿਦਆਊਟ LMIA ਸੌਖਾ ਨਹੀਂ। ਕਰਨ ਜਿਹੜਾ ਲਾਸਟ ਡਰਾ ਹੁਣ ਤਾਂ CC ਦਾ ਵੀ ਡਰਾ ਲਾਸਟ ਨਿਕਲਿਆ ਹੋਇਆ, ਜਿਹੜਾ ਉਹ ਵੀ ਕਾਫੀ ਦੇਰ ਹੋ ਗਈ, ਐਂਡ ਉਹ ਵੀ 462 ਪੁਆਇੰਟ ਤੇ ਲਾਸਟ ਗਿਆ ਸੀ, 462 ਪੁਆਇੰਟਸ ਤੇ। ਸੋ ਜਿਹੜਾ ਬੱਚਾ ਗ੍ਰੇਡ 12 ਕਰਕੇ ਆਂਦਾ, ਜਿਹੜਾ 8777 ਉਹਨਾਂ ਨੇ ਲੈ ਵੀ ਲਏ, ਵਿਚ ਇਜ਼ ਨਾਟ ਈਜ਼ੀ ਟੂ ਗੈਟ, ਬਿਕੋਜ਼ ਜੇ 100% ਬੱਚੇ ਐਪਲੀਕੇਸ਼ਨ ਆਈਲੈਟਸ ਕਰਦੇ ਨੇ, ਉਹਨਾਂ ਦੇ ਵਿੱਚ ਸਿਰਫ 5% ਇਹੋ ਜਿਹੇ ਹੋਣਗੇ ਜਿਨ੍ਹਾਂ ਦੇ 8777 ਆਉਂਦੇ ਨੇ, 95 ਦੇ ਨਹੀਂ ਆਉਂਦੇ। ਕਦੀ ਕਿਸੇ 6.5 ਹੋ ਗਏ, ਕਦੀ ਕਿਸੇ 6.5 ਹੋ ਗਏ, ਤੇ ਕਿਸੇ ਦੇ 8777 ਇਜ਼ ਡਿਫਿਕਲਟ ਟੂ ਫਾਈਂਡ। ਸੋ 1 ਸਾਲ ਤੁਸੀਂ ਆਨ ਐ ਨੌਕ ਵੀ ਜੌਬ ਵੀ ਕਰ ਲਈ ਕੈਨੇਡਾ ਦੇ ਵਿੱਚ, 2 ਸਾਲ ਪੜ੍ਹਾਈ ਕੀਤੀ, 1 ਸਾਲ ਜੌਬ ਵੀ ਕਰ ਲਈ, ਤਾਂ ਵੀ ਤੁਹਾਡਾ ਸਕੋਰ ਜਿਹੜਾ ਬਣੇਗਾ 425 ਬਣੇਗਾ।
ਹੁਣ 462 ਐਂਡ 425 ਦੇ ਵਿੱਚ ਅਗੇਨ ਗੈਪ ਹੈਗਾ ਐਂਡ ਉਹ ਗੈਪ ਕਿਸ ਤਰ੍ਹਾਂ ਪੂਰਾ ਹੋਏਗਾ ਅਗੇਨ ਯੂ ਹੈਵ ਟੂ ਗੈਟ ਬੈਕ ਟੂ ਦਾ ਪ੍ਰੀ ਕੋਵਿਡ ਟਾਈਮਸ ਪ੍ਰੀ ਕੋਵਿਡ ਟਾਈਮਸ ਕੀ ਸੀਗੇ ਜੀ ਯੂ ਹੈਵ ਟੂ ਵਰਕ ਕਿ EMPLOYERS ਦੇ ਨਾਲ ਕੰਮ ਕਰਨਾ ਪਏਗਾ ਕਿ ਜਿਹੜੇ ਤੁਹਾਨੂੰ LMIA ਦੇਣ ਜਾਂ PNP ਦੇ ਵਿੱਚ ਤੁਹਾਡੀ ਹੈਲਪ ਕਰਨ ਜਾਂ ਫਿਰ ਯੂ ਹੈਵ ਟੂ ਅਗੇਨ get up and get out from GTA and move to other provinces. Nova Scotia, New Brunswick, Newfoundland, PI, there are some amazing provinces. Manitoba, Saskatchewan, ਉੱਥੇ ਜਾ ਕੇ ਜੌਬ ਕਰੋ ਐਂਡ EMPLOYER ਦੇ ਨਾਲ PNP ਦੇ ਵਿੱਚ ਤੁਸੀਂ ਆਰਾਮ ਨਾਲ ਕੁਆਲੀਫਾਈ ਕਰ ਸਕਦੇ ਹੋ। ICC ਦੇ ਕੋਲ ਵੀ ਕਾਫੀ ਸਾਰੀਆਂ ਜੌਬ ਓਪਨਿੰਗਸ ਮੌਜੂਦ ਹੈਗੀਆਂ ਅੱਜ ਦੀ ਤਰੀਕ ਦੇ ਵਿੱਚ ਹਸਪਿਟੈਲਿਟੀ ਸੈਕਟਰ ਦੀਆਂ ਈਵਨ ਓਨਟਾਰੀਓ ਦੇ ਵਿੱਚ ਜੌਬਸ ਹੈਗੀਆਂ ਸਾਡੇ ਕੋਲ ਹੋਟਲਸ ਦੀਆਂ ਕੁਕਸ ਦੀਆਂ ਜੌਬਸ ਹੈਗੀਆਂ ਰੈਸਟੋਰੈਂਟ ਦੀਆਂ ਜੌਬਸ ਹੈਗੀਆਂ ਐਂਡ ਹੋਟਲ ਮੈਨੇਜਰਸ ਦੀਆਂ ਹੋਟਲ ਜਨਰਲ ਮੈਨੇਜਰ ਦੀਆਂ ਜੌਬ ਹੈਗੀਆਂ ਫਰੰਟ ਡੈਸਕ ਸੁਪਰਵਾਈਜ਼ਰ ਦੀਆਂ ਜੌਬਸ ਹੈਗੀਆਂ ਰੂਮ ਕਲੀਨਿੰਗ ਸੁਪਰਵਾਈਜ਼ਰ ਦੀਆਂ ਜੌਬ ਹੈਗੀਆਂ ਐਂਡ ਜੇ ਅਸੀਂ ਐਟਲਾਂਟਿਕ ਦੀ ਗੱਲ ਕਰੀਏ ਸਾਡੇ ਕੋਲ ਕੁੱਕ ਸ਼ੈਫ ਬੇਕਰਸ ਰੂਮ ਕਲੀਨਰਸ ਫਰੰਟ ਡੈਸਕ ਕਲਰਕਸ ਸਾਰੀਆਂ ਜੌਬਸ ਮੌਜੂਦ ਹੈਗੀਆਂ ਐਂਡ ਈਵਨ ਜਿਹੜੀਆਂ ਨੌਕਸੀ ਦੀਆਂ ਜੌਬਸ ਹੈਗੀਆਂ ਉਹ ਵੀ ਤੁਹਾਨੂੰ PR ਵਾਸਤੇ ਕੁਆਲੀਫਾਈ ਕਰਾਉਣਗੀਆਂ ਬਿਕੋਜ਼ ਜਿਹੜੇ EMPLOYERS ਹੈਗੇ ਨੇ ਦੇ ਆਰ ਕੁਆਲੀਫਾਈਡ ਦੇ ਆਰ ਡੈਜ਼ਿਗਨੇਟਿਡ EMPLOYERS ਐਂਡ ਇੱਕੋ ਚੀਜ਼ ਕਰਾਉਣਾ ਚਾਹਾਂਗਾ ਜੇ ਐਟਲਾਂਟਿਕ ਜਾਣ ਵਾਸਤੇ ਤਿਆਰ ਹੈਗੇ ਹੋ ਏਜ ਇਜ਼ ਨਾਟ ਅ ਬੈਰੀਅਰ ਫॉर ਯੂ ਏਜ ਤੁਹਾਡੀ ਜ਼ਿਆਦਾ ਵੀ ਹੈਗੀ ਹੈ ਤਾਂ ਵੀ ਤੁਹਾਡੀ PR ਪੋਸੀਬਲ ਹੈਗੀ ਹੈ ਆਈਲੈਟ ਦਾ ਸਕੋਰ ਘੱਟ ਵੀ ਹੈਗਾ ਤਾਂ ਵੀ ਤੁਹਾਡੀ PR ਪੋਸੀਬਲ ਹੈਗੀ ਹੈ ਜੇ ਤੁਹਾਡਾ ਐਜੂਕੇਸ਼ਨ ਘੱਟ ਹੈਗੀ ਹੈ ਗ੍ਰੇਡ 12 ਵੀ ਹੈਗੀ ਤਾਂ ਵੀ ਤੁਹਾਡੀ PR ਪੋਸੀਬਲ ਹੈਗੀ ਹੈ ਜਦਕਿ ਓਨਟਾਰੀਓ ਦੇ ਵਿੱਚ ਤੁਹਾਨੂੰ ਇਟ ਵਿਲ ਬੀ ਵੈਰੀ ਵੈਰੀ ਡਿਫਿਕਲਟ ਈਵਨ ਤੁਸੀਂ ਵਰਕ ਪਰਮਿਟ ਤੇ ਆ ਕੇ ਕੰਮ ਵੀ ਸ਼ੁਰੂ ਕਰ ਦਿੰਦੇ ਹੋ ਤਾਂ ਵੀ ਤੁਹਾਡੀ PR ਮੁਸ਼ਕਿਲ ਰਹੇਗੀ ਇਸੇ ਤਰ੍ਹਾਂ ਸਾਡੇ ਕੋਲ ਜੌਬਸ ਹੈਗੀਆਂ ਜੀ ਹੈਲਥ ਕੇਅਰ ਦੀਆਂ ਨਰਸਿੰਗ ਦੀਆਂ ਜੌਬਸ ਹੈਗੀਆਂ ਜੇ ਤੁਹਾਡੇ ਕੋਲ ਨਰਸਿੰਗ ਦੀ ਬੈਕਗਰਾਉਂਡ ਹੈਗੀ ਹੈ ਨਰਸਿੰਗ ਦੇ ਵਿੱਚ ਤੁਸੀਂ ਡਿਗਰੀ ਕੀਤੀ ਹੋਈ ਹੈ ਘੱਟੋ ਘੱਟ 2 ਸਾਲ ਦਾ ਐਕਸਪੀਰੀਅੰਸ ਹੈਗਾ ਆਈਲੈਟ ਕੀਤਾ ਹੋਇਆ ਆਪਣੇ CV ਸਾਨੂੰ ਫਾਰਵਰਡ ਕਰ ਦਿਓ ਐਂਡ ਅਗੇਨ PNP ਕੁਆਲੀਫਾਈਡ EMPLOYERS ਹੈਗੇ ਨੇ ਜਿੱਥੇ ਤੁਸੀਂ PR ਵਾਸਤੇ ਕੁਆਲੀਫਾਈ ਕਰ ਸਕਦੇ ਹੋ ਐਂਡ ਇਨਫੋਰਮੇਸ਼ਨ ਲੈਣ ਵਾਸਤੇ ਯੂ ਕੈਨ ਆਲਵੇਜ਼ ਰੀਚ ਅਸ ਆਊਟ ਐਟ info@iccimmigration.ca ਸਰ ਇਸ ਵਕਤ ਬਹੁਤ ਸਾਰੀਆਂ ਐਪਲੀਕੇਸ਼ਨਸ ਦਾ ਬੈਕਲੌਗ ਤਾਂ ਚੱਲ ਰਿਹਾ ਵਾ ਪਰ ਜੇ ਇਸ ਵਕਤ ਗੱਲ ਕੀਤੀ ਜਾਵੇ ਟੂਰਿਸਟ ਵੀਜ਼ਾ ਨੂੰ ਲੈ ਕੇ ਵੀ ਸਾਨੂੰ ਬਹੁਤ ਕੁਆਰੀਜ਼ ਆਉਂਦੀਆਂ ਨੇ ਕਿ ਕੀ ਸਹੀ ਸਮਾਂ ਹੈਗਾ ਤੇ ਕੀ ਜੇਕਰ ਐਪਲੀਕੇਸ਼ਨ ਲਗਾਉਂਦੇ ਆ ਤਾਂ ਇਸ ਦਾ ਜਲਦੀ ਕੋਈ ਨਿਪਟਾਰਾ ਹੋਏਗਾ ਜਾਂ ਇਹ ਵੀ ਬੈਕਲੌਗ ਹੀ ਕਰਨ ਹੁਣੇ ਤੁਸੀਂ ਜਦੋਂ ਆਪਣੀ ਗੱਲ ਪ੍ਰੋਗਰਾਮ ਤੋਂ ਪਹਿਲਾਂ ਸ਼ੁਰੂ ਕੀਤੀ ਤੁਸੀਂ ਆਰਟੀਫੀਸ਼ੀਅਲ ਇੰਟੈਲੀਜੈਂਸ ਦੀ ਗੱਲ ਕਰ ਰਹੇ ਸੀਗੇ ਕਿ ਲੇਟੈਸਟ ਆਰਟੀਕਲ ਆਇਆ ਹੈਗਾ ਟੋਰਾਂਟੋ ਸਟਾਰ ਦੇ ਵਿੱਚ ਉਹ ਐਸ ਪਰ ਦੈਟ ਆਰਟੀਕਲ ਬਹੁਤ ਸਾਰੀਆਂ ਰਿਫਿਊਜ਼ਲ ਆ ਰਹੀਆਂ ਬਿਕੋਜ਼ ਆਫ ਉਹਨਾਂ ਨੇ ਕੁਐਸਚਨ ਕੀਤਾ ਗਿਆ ਸੀਗਾ ਕਿ ਇਜ਼ ਦਾ ਆਰਟੀਫੀਸ਼ੀਅਲ ਇੰਟੈਲੀਜੈਂਸ ਰਿਸਪੌਂਸਿਬਲ ਫॉर ਦਾ ਰਿਫਿਊਜ਼ਲਸ ਆਈ ਥਿੰਕ ਯੈਸ ਇਟ ਇਜ਼ ਬਿਕੋਜ਼ ਬਹੁਤ ਸਾਰੀਆਂ ਐਪਲੀਕੇਸ਼ਨਸ ਆਫਿਸਰਸ ਦੇ ਰਿਵਿਊ ਦੇ ਵਿੱਚ ਹੀ ਨਹੀਂ ਪਹੁੰਚਦੀਆਂ ਉਹ ਸਿਰਫ ਆਰਟੀਫੀਸ਼ੀਅਲ ਇੰਟੈਲੀਜੈਂਸ ਜਿਹੜੇ ਡਾਕੂਮੈਂਟੇਸ਼ਨਸ ਹੈਗੇ ਦੇ ਰਿਵਿਊ ਇਟ ਦਾ ਜਿਹੜੀਆਂ ਬਹੁਤ ਸਾਰੀਆਂ ਐਕਸਪਲੇਨੇਸ਼ਨਸ ਤੁਸੀਂ ਅਦਰ ਦੈਨ ਆਰਟੀਫੀਸ਼ੀਅਲ ਇੰਟੈਲੀਜੈਂਸ ਦਿੱਤੀਆਂ ਹੁੰਦੀਆਂ ਜਿਹੜੀਆਂ ਜੇ ਆਫਿਸਰ ਜੇ ਪੜ੍ਹੇਗਾ they will know ਕਿ this is a difference and these are the points they are been highlighted so ਅਸੀਂ ਹਮੇਸ਼ਾ ਕਹਿੰਦੇ ਹਾਂ ਕਿ ਰਿਫਿਊਜ਼ਲ ਇੱਕ ਬੜਾ ਵੱਡਾ ਇੱਕ ਚੈਲੰਜ ਬਣ ਜਾਂਦਾ ਹੈਗਾ ਕਈ ਵਾਰੀ ਤੁਸੀਂ ਆਪਣੀ ਇਮੀਡੀਏਟ ਫੈਮਿਲੀ ਨੂੰ ਨਹੀਂ ਮਿਲ ਪਾਉਂਦੇ ਬਿਕੋਜ਼ ਤੁਹਾਡੀ ਵਿਜ਼ਿਟ ਵੀਜ਼ਾ ਤੁਸੀਂ ਪੁੱਟ ਅਪ ਕਰਦੇ ਹੋ ਤੇ ਰਿਫਿਊਜ਼ ਹੋ ਜਾਂਦੀ ਹੈ ਜਦੋਂ ਵੀ ਤੁਹਾਡੀ ਵਿਜ਼ਿਟ ਵੀਜ਼ਾ ਦੀ ਐਪਲੀਕੇਸ਼ਨ ਰਿਫਿਊਜ਼ ਹੋਈ ਐਂਡ ਪੋਸਟ ਸੈਪਟੈਂਬਰ 27 ਅਸੀਂ ਦੇਖ ਰਹੇ ਹਾਂ ਕਿ ਰਿਫਿਊਜ਼ਲ ਆਉਣ ਦਾ ਵੀ ਰੇਟ ਜ਼ਿਆਦਾ ਸਟਰੋਂਗ ਹੋਇਆ ਐਂਡ ਵੀਜ਼ਾ ਗ੍ਰੈਂਟਿੰਗ ਰੇਟ ਵੀ ਸਟਰੋਂਗ ਹੈਗਾ ਉਹਦਾ ਰੀਜ਼ਨ ਹੈਗਾ ਕਿ ਬੈਕਲੌਗ ਕਾਫੀ ਚਿਰ ਤੋਂ ਚੱਲਿਆ ਆ ਰਿਹਾ ਸੀਗਾ ਉਹ ਹੁਣ ਪੂਰਾ ਹੋਣਾ ਸ਼ੁਰੂ ਹੋ ਗਿਆ ਜੇ ਤੁਹਾਡਾ ਕੋਈ ਕੇਸ ਰਿਫਿਊਜ਼ ਹੋਇਆ ਵਿਜ਼ਿਟ ਵੀਜ਼ਾ ਦਾ ਓਕੇ ਜਦੋਂ ਪਹਿਲੇ ਵਿਜ਼ਿਟ ਵੀਜ਼ਾ ਦੀ ਸ਼ੁਰੂ ਤੋਂ ਗੱਲ ਕਰਦੇ ਹਾਂ ਤਰਨ ਕਿ ਜਦੋਂ ਵਿਜ਼ਿਟ ਵੀਜ਼ਾ ਦੀ ਐਪਲੀਕੇਸ਼ਨ ਲਗਾਉਂਦੇ ਹੋ ਤੇ ਆਫਿਸਰ ਤੁਹਾਡੀ ਫਾਈਲ ਤੇ ਦੇਖਣਾ ਕੀ ਚਾਹੁੰਦਾ ਤੇ ਸਭ ਤੋਂ ਪਹਿਲਾਂ ਤਾਂ ਦੇਖਣਾ ਚਾਹੁੰਦਾ ਕਿ ਕੀ ਰੀਜ਼ਨ ਹੈਗਾ ਕਿ ਮੈਂ ਤੁਸੀਂ ਕੈਨੇਡਾ ਜਾ ਰਹੇ ਹੋ ਤੇ ਕੀ ਕਰਨ ਵਾਸਤੇ ਜਾ ਰਹੇ ਹੋ ਉਹ ਸਾਰੀ ਚੀਜ਼ਾਂ ਤੁਸੀਂ ਐਡਰੈਸ ਕਰਨੀਆਂ ਹੈਗੀਆਂ ਹੁਣ ਆਫਿਸਰ ਦਾ ਦੂਸਰਾ ਕੁਐਸਚਨ ਹੁੰਦਾ ਕਿ ਇਹ ਜਾ ਰਹੇ ਨੇ ਤੇ ਇਹਨਾਂ ਦੇ ਕੋਲ ਫਾਈਨੈਂਸ਼ੀਅਲੀ ਕਿੰਨੀ ਸਟਰੋਂਗ ਹੈਗੀ ਇਹਨਾਂ ਦੀ ਬੈਕਿੰਗ ਹੁਣ ਬੈਕਿੰਗ ਦੇ ਵਿੱਚ ਤੁਹਾਡੇ ਅਕਾਊਂਟ ਦੇ ਵਿੱਚ 2 ਲੱਖ ਰੁਪਇਆ ਪਿਆ ਤੇ ਤੁਸੀਂ ਕਹਿ ਰਹੇ ਹੋ ਕਿ ਮੈਂ ਕੈਨੇਡਾ ਘੁੰਮਣ ਵਾਸਤੇ ਜਾ ਰਿਹਾ ਤੇ ਤੁਹਾਡੀ ਫੈਮਿਲੀ ਬੈਕ ਹੋਮ ਰਹਿ ਰਹੀ ਹੈ ਤੇ 2 ਲੱਖ ਦੇ ਵਿੱਚ ਤੇ ਤੁਹਾਡੀ ਟਿਕਟ ਵੀ ਪੂਰੀਆਂ ਨਹੀਂ ਹੋਣੀਆਂ ਅੱਜ ਦੇ ਹਾਲਾਤ ਦੇ ਵਿੱਚ ਜੇ ਗੱਲ ਕਰੀਏ ਸੋ ਆਫਿਸਰ ਨੇ ਤੁਹਾਡੀ ਐਪਲੀਕੇਸ਼ਨ ਰਿਫਿਊਜ਼ ਕਰ ਦੇਣੀ ਹੈ ਬਿਕੋਜ਼ ਫਾਈਨੈਂਸ਼ੀਅਲੀ ਉਹਨੂੰ ਲੱਗ ਰਿਹਾ ਕਿ ਤੁਸੀਂ ਕੈਪੇਬਲ ਨਹੀਂ ਹੈਗੇ ਸੋ ਜਦੋਂ ਵੀ ਆਪਣੀ ਫਾਈਨੈਂਸ਼ੀਅਲ ਕੰਡੀਸ਼ਨਸ ਪੁੱਟ ਅਪ ਕਰੋ ਮੇਕ ਸ਼ੋਰ ਯੂ ਸ਼ੋ ਅ ਹੈਲਦੀ ਬੈਲੈਂਸ ਔਨ ਯਰ ਅਕਾਊਂਟਸ ਐਂਡ ਉਹ ਵੀ ਇੱਕ ਦਿਨ ਜਮ੍ਹਾਂ ਕਰਾਇਆ ਹੋਇਆ ਬੈਲੈਂਸ ਨਾ ਹੋਵੇ ਜੇ ਆਫਿਸਰ ਇੱਕੋ ਦਿਨ ਤੁਸੀਂ 10 ਲੱਖ ਜਮ੍ਹਾਂ ਕਰਾਤਾ ਜਾਂ 15 ਲੱਖ ਜਮ੍ਹਾਂ ਕਰਾਤਾ ਆਫਿਸਰ ਵਿਲ ਕੁਐਸਚਨ ਕਿ ਇੰਨੀ ਵੱਡੀ ਰਕਮ ਤੁਸੀਂ ਇੱਕ ਦਿਨ ਕਿਸ ਤਰ੍ਹਾਂ ਜਮ੍ਹਾਂ ਕਰਾ ਦਿੱਤੀ ਸੋ ਉਹ ਤੁਸੀਂ ਡਿਫਰੈਂਟ ਪੰਗਿਆਂ ਦੇ ਵਿੱਚ ਪੈ ਜਾਓਗੇ ਐਂਡ ਇਟ ਹੈਜ਼ ਜੇ ਤੁਹਾਡੇ ਫੰਡਸ ਵੱਧ ਰਹੇ ਨੇ ਇਟ ਹੈਜ਼ ਟੂ ਬੀ ਓਵਰ ਅ ਪੀਰੀਅਡ ਆਫ ਟਾਈਮ ਸੋ ਇਹ ਦੂਸਰਾ ਚੀਜ਼ ਹੋ ਗਈ ਤੀਸਰੀ ਚੀਜ਼ ਨਜ਼ਰ ਆਉਣੀ ਚਾਹੀਦੀ ਹੈ ਤੁਹਾਡੇ ਟਾਈਜ਼ ਟੂ ਦਾ ਹੋਮ ਕੰਟਰੀ ਕਿੰਨੇ ਸਟਰੋਂਗ ਹੈਗੇ ਨੇ ਕਿਹੜੀਆਂ ਇਹੋ ਜਿਹੀਆਂ ਚੀਜ਼ਾਂ ਹੋਣਗੀਆਂ ਜਿਹੜੀਆਂ ਵਾਪਸ ਤੁਹਾਨੂੰ ਆਪਣੇ ਮੁਲਕ ਦੇ ਵਿੱਚ ਖਿੱਚਣਗੀਆਂ ਜਦੋਂ ਕੈਨੇਡਾ ਆ ਗਏ ਕੈਨੇਡਾ ਇਜ਼ ਅ ਲੈਂਡ ਆਫ ਓਪਰਚੁਨਿਟੀਜ਼ ਸੋ ਵਿਲ ਯੂ ਸਟੇ ਬੈਕ ਯੈਸ ਐਨੀਬਡੀ ਕੈਨ ਸਟੇ ਬੈਕ ਬਟ ਆਫਿਸਰ ਨੂੰ ਨਜ਼ਰ ਆਉਣਾ ਚਾਹੀਦਾ ਐਟ ਦ ਟਾਈਮ ਆਫ ਗ੍ਰਾਂਟਿੰਗ ਦਾ ਵੀਜ਼ਾ ਕਿ ਤੁਹਾਡੇ ਕਿਹੜੇ ਟਾਈਜ਼ ਹੈਗੇ ਨੇ ਜਿਹੜੇ ਤੁਹਾਨੂੰ ਵਾਪਸ ਖਿੱਚਣਗੇ ਤੁਹਾਡੀ ਫੈਮਿਲੀ ਜੇ ਪਿੱਛੇ ਰਹਿ ਰਹੀ ਹੈ ਦੈਟਸ ਅ ਅਮੇਜ਼ਿੰਗ ਟਾਈ
ਤੁਹਾਡੇ ਜ਼ਮੀਨ ਜਾਇਦਾਦ ਪਿੱਛੇ ਹੈਗੀ ਹੈ, ਤੁਹਾਡੀ ਜੌਬਸ ਹੈਗੀਆਂ ਪਿੱਛੇ, ਤੁਹਾਡਾ ਬਿਜ਼ਨਸ ਹੈਗਾ, ਦੈਟ ਇਜ਼ ਅਮੇਜ਼ਿੰਗ ਟਾਈਮ। ਸੋ ਆ ਜਿੰਨੀਆਂ ਅੱਛੀ ਤਰ੍ਹਾਂ ਤੁਸੀਂ ਡੈਮੋਨਸਟ੍ਰੇਟ ਕਰੋਗੇ, ਸਪੋਰਟਿੰਗ ਐਵੀਡੈਂਸਿਸ ਡਾਕੂਮੈਂਟਸ ਨਾਲ ਪੁੱਟ ਅਪ ਕਰੋਗੇ, ਆਫੀਸਰ ਵਾਸਤੇ ਡਿਸੀਜਨ ਲੈਣਾ ਉਹਨਾਂ ਆਸਾਨ ਹੋ ਤੁਸੀਂ ਜਾਏਗਾ। ਫੈਮਿਲੀ ਦੀ ਗੱਲ ਕੀਤੀ ਹੈ, ਕਈ ਵਾਰੀ ਇੱਦਾਂ ਹੁੰਦਾ ਹੈ ਕਿ ਸਿਰਫ ਫੈਮਿਲੀ ਦਿਖਾਉਣ ਲਈ ਫੇਕ ਮੈਰਿਜ ਵਗੈਰਾ ਦਿਖਾ ਦਿੱਤੀ ਜਾਂਦੀ ਹੈ, ਬੱਚੇ ਤੱਕ ਦਿਖਾ ਦਿੱਤੇ ਜਾਂਦੇ ਨੇ, ਉਹ ਇੱਥੇ ਆਉਂਦੇ ਨੇ, ਉਸ ਤੋਂ ਬਾਅਦ ਪ੍ਰੋਸੈਸ ਲਗਾਉਣਾ ਚਾਹੁੰਦੇ ਨੇ, ਉਸ ਤੋਂ ਬਾਅਦ ਫਿਰ ਪ੍ਰੋਬਲਮ ਹੁੰਦੀ ਹੈ। ਤਰਨ ਐਬਸੋਲੂਟਲੀ ਰਾਈਟ। ਬਹੁਤ ਸਾਰੇ ਕੇਸਿਸ ਇਹੋ ਜਿਹੇ ਸਾਹਮਣੇ ਆਉਂਦੇ ਨੇ ਜਿੱਥੇ ਏਜੰਟ ਉੱਥੇ ਇੰਡੀਆ 'ਚ ਬੈਠੇ ਜਾਂ ਬਾਕੀ ਕੰਟਰੀਆਂ ਦੇ ਵਿੱਚ ਬੈਠੇ ਝੂਠੀ ਸੱਚੀ ਐਪਲੀਕੇਸ਼ਨ ਬਣਾ ਦਿੰਦੇ ਨੇ ਐਂਡ ਕੁਆਰੇ ਮੁੰਡਿਆਂ ਨੂੰ, ਕੁਆਰੇ ਕੁੜੀਆਂ ਨੂੰ, ਅਨਮੈਰਿਡ ਨੂੰ ਵਿਆਹ ਸ਼ੋਅ ਕਰ ਦਿੰਦੇ ਨੇ, ਬੱਚੇ ਵੀ ਸ਼ੋਅ ਕਰ ਦਿੰਦੇ ਨੇ। ਸੋ ਪਤਾ ਨਹੀਂ ਕੀ ਕਰਦੇ ਨੇ। ਸੋ ਉਹ ਜਿਹੜੇ ਝੂਠ ਸੱਚ ਜਿਹੜਾ ਕੋਈ ਬੋਲਦਾ ਹੈਗਾ ਉਹ ਤੋਂ ਦੂਰ ਰਹੋ, ਉਹਦੇ ਤੇ ਬਿਲਕੁਲ ਨੇੜੇ ਨਾ ਜਾਓ, ਬਿਕੋਜ਼ ਤੁਸੀਂ ਆਪਣੇ ਹੱਥ ਵੱਢ ਕੇ ਆਪ ਦੇ ਰਹੇ ਹੈਗੇ ਹੋ। ਐਂਡ ਜੇ ਉਹ ਐਪਲੀਕੇਸ਼ਨ ਰਿਫਿਊਜ਼ ਹੋ ਜਾਂਦੀ ਹੈ ਤਾਂ ਤੁਸੀਂ ਅਗਲੇ ਕੋਈ ਚੀਜ਼ਾਂ ਟਰਾਈ ਨਹੀਂ ਕਰ ਸਕਦੇ। ਜੇ ਤੁਹਾਡੇ ਕੋਈ ਰਿਸ਼ਤਾ ਆ ਜਾਂਦਾ ਕੈਨੇਡਾ ਤਾਂ ਤੁਸੀਂ ਕਿਸ ਤਰ੍ਹਾਂ ਤੁਹਾਡੇ ਹੋਏਗਾ, ਬਿਕੋਜ਼ ਤੁਸੀਂ ਤਾਂ ਪਹਿਲਾਂ ਹੀ ਮੈਰਿਡ ਹੈਗੇ ਹੋ ਐਂਡ ਉਹ ਬੱਚੇ ਵੀ ਤੁਸੀਂ ਸ਼ੋਅ ਕੀਤੇ ਹੋਏ ਨੇ। ਸੋ ਇਹੋ ਜਿਹੀ ਕੋਈ ਵੀ ਝੂਠ ਸੱਚ ਚੀਜ਼ ਨਾ ਕਰੋ, ਬਿਕੋਜ਼ ਇੰਡੀਆ ਦੇ ਵਿੱਚ ਜਿਹੜੇ ਏਜੰਟ ਬੈਠੇ ਹੋਏ ਨੇ, ਘੋਸਟ ਕੰਸਲਟੈਂਟਸ ਬੈਠੇ ਹੋਏ ਨੇ, ਦੇ ਕੈਨ ਡੂ ਐਨੀਥਿੰਗ ਤੁਹਾਡੇ ਤੋਂ ਪੈਸੇ ਲੈਣ ਵਾਸਤੇ। ਸੋ ਇਸੇ ਵਾਸਤੇ ਅਸੀਂ ਕਹਿੰਦੇ ਹਾਂ ਕਿ IRCC ਮੈਂਬਰਸ ਜਾਂ ਫਿਰ ਲਾਅ ਸੁਸਾਇਟੀ ਆਫ ਅੱਪਰ ਕੈਨੇਡਾ ਦੇ ਮੈਂਬਰ ਜਿਹੜੇ ਇਮੀਗ੍ਰੇਸ਼ਨ ਪ੍ਰੈਕਟਿਸ ਕਰਦੇ ਨੇ ਉਹਨਾਂ ਨਾਲ ਟੱਚ ਚਾਹੋ ਤਾਂ ਕਿ ਉਹ ਤੁਹਾਨੂੰ ਅਪਰੋਪਰੀਏਟ ਐਂਡ ਆਥੈਂਟਿਕ ਇਨਫੋਰਮੇਸ਼ਨ ਤੁਹਾਨੂੰ ਪ੍ਰੋਵਾਈਡ ਕਰ ਸਕਣ। ਬਿਲਕੁਲ ਸਰ। ਤੇ ਆਖਰੀ ਸਵਾਲ, ਇਸ ਵਕਤ ਬੈਕਲੌਗ ਜਿਹੜਾ ਚੱਲ ਰਿਹਾ ਕਦੋਂ ਤੱਕ ਖਤਮ ਹੋ ਸਕਦਾ? ਕਰਨ ਹੋਪਫੁਲੀ ਜਲਦੀ ਹੋਏਗਾ ਐਂਡ ਹੁਣ ਬੈਕਲੌਗ ਨਿਕਲਣੀਆਂ ਸ਼ੁਰੂ ਹੋ ਗਈਆਂ ਪ੍ਰਾਇੋਰਟੀ ਫਾਈਲਸ। ਕਿਹੜੇ ਕੇਸਿਸ ਨੂੰ ਦਿੱਤੀ? ਹਰ ਇੱਕ ਕੇਸਿਸ ਤੇ ਪ੍ਰਾਇੋਰਟੀ ਹੈਗੀ ਹੈ ਇਸ ਟਾਈਮ। ਸੋ ਡਿਫਰੈਂਟ ਸਟਰੀਮਸ ਦੇ ਉੱਤੇ ਕੰਮ ਹੋ ਰਿਹਾ, ਜਿਸ ਤਰ੍ਹਾਂ ਪਹਿਲੇ ਨਾਰਮਲਸੀ ਦੇ ਟਾਈਮ ਹੁੰਦਾ ਸੀਗਾ। ਸੋ ਉਸੇ ਚੀਜ਼ ਦੇ ਵਿੱਚ ਵੱਧ ਰਹੇ ਆ, ਬਟ ਆਉਣ ਵਾਲੇ ਸਮੇਂ ਦੇ ਵਿੱਚ ਬਿਕੋਜ਼ ਬੈਕਲੌਗ ਇੰਨਾ ਹੈਗਾ 18 ਮਹੀਨੇ ਇਜ਼ ਅ ਹਿਊਜ ਬੈਕਲੌਗ ਜਿਹਦਾ ਡਿਵੈਲਪ ਹੋਇਆ ਹੋਇਆ। ਸੋ ਉਹ ਹੌਲੀ ਹੌਲੀ ਜਾਏਗਾ। ਬਿਲਕੁਲ ਸਰ। ਜੇ ਤੁਹਾਡੇ ਤੋਂ ਕੋਈ ਐਡਵਾਈਸ ਲੈਣਾ ਚਾਹੁੰਦਾ, ਕੋਈ ਜਾਣਕਾਰੀ ਲੈਣਾ ਚਾਹੁੰਦੇ ਨੇ, ਕੰਟੈਕਟ ਜ਼ਰੂਰ ਦੱਸ ਦਿਓ। ICC ਇਮੀਗ੍ਰੇਸ਼ਨ ਦਾ ਹੈੱਡ ਆਫਿਸ ਮਿਸਿਸਾਗਾ ਦੇ ਵਿੱਚ ਹੈਗਾ ਜੀ, 1137 ਡੇਰੀ ਰੋਡ ਈਸਟ। ਸਾਡਾ ਇੰਡੀਆ ਦੇ ਵਿੱਚ ਕੋਈ ਆਫਿਸ ਨਹੀਂ ਹੈਗਾ, ਮਿਡਲ ਈਸਟ ਦੇ ਵਿੱਚ ਕੋਈ ਆਫਿਸ ਨਹੀਂ ਹੈਗਾ। ਜਿੰਨੇ ਵੀ ਆਫਿਸ ਹੈਗੇ ਨੇ ਦੇ ਆਰ ਆਲ ਕੈਨੇਡਾ ਬੇਸਡ। ਇਮੀਗ੍ਰੇਸ਼ਨ ਐਡਵਾਈਸ ਲੈਣਾ ਚਾਹੁੰਦੇ ਹੋ ਐਂਡ ਟਰਾਂਸਪੇਰੈਂਟ ਇਨਫੋਰਮੇਸ਼ਨ ਸੁਣਨ ਵਾਸਤੇ ਤਿਆਰ ਵੀ ਹੈਗੇ ਹੋ ਤੇ RD ਐਂਡ MD ICC ਇਮੀਗ੍ਰੇਸ਼ਨ ਟੀਮ ਨੂੰ ਜ਼ਰੂਰ ਕੰਟੈਕਟ ਕਰੋ। ਈਮੇਲ ID ਹੈਗਾ ਜੀ info@iccimmigration.ca, info@iccimmigration.ca ਐਂਡ ਸਾਡਾ ਫੋਨ ਨੰਬਰ ਹੈਗਾ ਜੀ 9054612424 ਐਂਡ WhatsApp ਨੰਬਰ ਹੈਗਾ 6478509000, 6478509000। ਕੈਨੇਡਾ ਦੇ ਵਿੱਚ, ਕੈਨੇਡਾ ਇਜ਼ ਅ ਲੈਂਡ ਆਫ ਓਪਰਚੁਨਿਟੀਜ਼। ਬਹੁਤ ਸਾਰੀਆਂ ਓਪਰਚੁਨਿਟੀਜ਼ ਐਗਜ਼ਿਸਟ ਕਰਦੀਆਂ ਹੈਗੀਆਂ ਐਂਡ ਰਾਈਟ ਪਾਥ ਲੈ ਕੇ ਕੈਨੇਡਾ ਆਓ। देयर आर लॉट ऑफ अपॉर्चुनिटीज़ दैट कैन बी वर्कड आउट। ओनली थिंग इज़ कि ਤੁਹਾਨੂੰ ਪਤਾ ਹੋਣਾ ਚਾਹੀਦਾ, ਤੁਹਾਡੇ ਕੰਸਲਟੈਂਟ ਨੂੰ ਪਤਾ ਹੋਣਾ ਚਾਹੀਦਾ ਕਿ ਤੁਸੀਂ ਕਿਹੜੇ ਪਾਸੇ ਕੁਆਲੀਫਾਈ ਕਰ ਸਕਦੇ ਹੋ। ICC ਤੇ ਸਾਨੂੰ 14 ਸਾਲ ਤੋਂ ਜ਼ਿਆਦਾ ਅਰਸਾ ਹੋ ਗਿਆ ਇਮੀਗ੍ਰੇਸ਼ਨ ਸਰਵਿਸਿਜ਼ ਪ੍ਰੋਵਾਈਡ ਕਰਦਿਆਂ ਹੋਇਆਂ ਐਂਡ ਵੀ ਆਰ ਅ ਟੀਮ ਦੈਟ ਇਜ਼ ਨੋਨ ਫॉर ਕ੍ਰਿਸਟਲ ਕਲੀਅਰ ਐਂਡ ਟਰਾਂਸਪੇਰੈਂਟ ਐਡਵਾਈਸ। ਜਿਹੜੀ ਚੀਜ਼ ਪੋਸੀਬਲ ਹੁੰਦੀ ਹੈ ਤੁਹਾਨੂੰ ਦੱਸਦੇ ਹਾਂ, ਜਿਹੜੀ ਚੀਜ਼ ਨਹੀਂ ਪੋਸੀਬਲ ਹੁੰਦੀ ਉਹ ਵੀ ਤੁਹਾਨੂੰ ਕਹਿੰਦੇ ਕਿ ਭਾਈ ਡੂ ਨਾਟ ਵੇਸਟ ਯੂਰ ਹਾਰਡ ਐਂਡ ਮਨੀ ਐਂਡ ਟਾਈਮ ਐਂਡ ਐਫਰਟਸ ਔਨ ਦਿਸ। ਹਾਂ, ਇੱਕ ਚੀਜ਼ ਜ਼ਰੂਰ ਹੈਗੀ, ਜਿਹੜੇ ਕੈਨੇਡਾ ਵਿਜ਼ਿਟਰ ਇਸ ਟਾਈਮ ਮੌਜੂਦ ਹੈਗੇ ਨੇ 28 ਫਰਵਰੀ ਤੱਕ ਇੱਕ ਪਬਲਿਕ ਪਾਲਿਸੀ ਐਕਸਟੈਂਡ ਕੀਤੀ ਗਈ ਹੈ। ਸੋ ਜਿਹੜੇ ਵਿਜ਼ਿਟਰ ਕੈਨੇਡਾ ਦੇ ਵਿੱਚ ਪ੍ਰੈਜ਼ੈਂਟ ਹੈਗੇ ਨੇ ਜਾਂ ਆਏ ਹੋਏ ਨੇ ਜਾਂ ਉਹਨਾਂ ਨੂੰ ਜੌਬ ਆਫਰ ਕੈਨੇਡੀਅਨ ਐਮਪਲੋਇਰ ਤੋਂ ਮਿਲ ਜਾਂਦੀ ਹੈ ਤੇ ਉਹਨਾਂ ਦੇ ਵੀਜ਼ਾ ਲੱਗਣ ਦੇ ਚਾਂਸਸ ਬੇਇੰਤਹਾ ਅੱਛੇ ਹੈਗੇ ਨੇ ਇਸ ਟਾਈਮ ਤੇ। ਐਂਡ ਇੱਕ ਚੀਜ਼ ਯਾਦ ਰੱਖਿਆ ਜੇ ਜਿਹੜਾ ਤੁਹਾਨੂੰ LMIA ਮਿਲ ਰਿਹਾ ਜਾਂ ਜੌਬ ਆਫਰ ਮਿਲ ਰਹੀ ਹੈ ਉਹ ਸੇਮ ਫੀਲਡ ਆਫ ਹੋਣੀ ਚਾਹੀਦੀ ਹੈ ਜਿਹੜੀ ਤੁਸੀਂ ਵਿਜ਼ਿਟ ਵੀਜ਼ਾ ਲੈਣ ਲੱਗਿਆਂ ਆਪਣੀ ਫੀਲਡ ਸ਼ੋਅ ਕੀਤੀ ਹੈਗੀ। ਇਟ ਸ਼ੁੱਡ ਬੀ ਸਿਮਿਲਰ ਐਂਡ ਮੈਚਿੰਗ। ਜੇ ਉਹ ਸਿਮਿਲਰ ਨਹੀਂ ਹੋਏਗੀ ਤੇ ਰਿਫਿਊਜ਼ਲ ਦੇ ਚਾਂਸਸ ਵੀ ਹੈਗੇ ਨੇ। ਸੋ ਟਰਾਂਸਪੇਰੈਂਟ ਐਡਵਾਈਸ ਵਾਸਤੇ ICC ਇਮੀਗ੍ਰੇਸ਼ਨ 9054612424। ਥੈਂਕ ਯੂ ਸੋ ਮਚ ਸਰ ਜਾਣਕਾਰੀ ਦੇਣ ਲਈ ਤੇ ਸਟੂਡੀਓ 'ਚ ਆਉਣ ਲਈ। ਥੈਂਕ ਯੂ ਵੈਰੀ ਮਚ ਤਰਨ ਜੀ, ਇਟ ਇਜ਼ ਆਲਵੇਜ਼ ਅ ਪਲੇਜ਼ਰ। ਸੋ ਦੋਸਤੋ, ਇਹ ਸੀ ਸਾਡਾ ਪ੍ਰੋਗਰਾਮ ਇਮੀਗ੍ਰੇਸ਼ਨ ਮੈਟਰਸ। ਕੈਨੇਡਾ ਦੇ ਵਿੱਚ ਜੇਕਰ ਤੁਹਾਨੂੰ ਕੋਈ ਓਪਰਚੁਨਿਟੀ ਮਿਲਦੀ ਹੈ ਤਾਂ ਬਾਰ-ਬਾਰ ਓਪਰਚੁਨਿਟੀ ਨਹੀਂ ਮਿਲਦੀ। ਸੋ ਸਹੀ ਐਡਵਾਈਸ ਲਈ ਜੇਕਰ ਤੁਸੀਂ ICC ਇਮੀਗ੍ਰੇਸ਼ਨ ਨੂੰ ਕੰਟੈਕਟ ਕਰਨਾ ਚਾਹੁੰਦੇ ਹੋ, ਨੰਬਰ ਤੁਹਾਨੂੰ ਪ੍ਰੋਵਾਈਡ ਕਰਵਾ ਦਿੱਤੇ ਗਏ ਨੇ, ਇੱਥੇ ਕੰਟੈਕਟ ਕਰ ਸਕਦੇ ਹੋ। ਫਿਲਹਾਲ ਸਾਡਾ ਪ੍ਰੋਗਰਾਮ ਦੇਖਣ ਲਈ ਬਹੁਤ-ਬਹੁਤ ਧੰਨਵਾਦ। ਦੇਖਦੇ ਰਹੋ ਹਮਦਰਦ TV।